ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝ ਸਵੇਰ ਤੇ ਮੈਂ ਹਾਂ ਰਮਨ ਤੂਰ ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਕਮਲਜੀਤ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਤੁਹਾਡੇ? ਬਿਲਕੁਲ ਠੀਕ ਠਾਕ, ਖੈਰ ਸੁੱਖਾ। ਖੈਰ ਸੁੱਖ ਹੀ ਰਹਿਣੀ ਚਾਹੀਦੀ ਆ ਤੇ ਪੰਜਾਬ ਦੀ ਵੀ ਖੈਰ ਸੁੱਖ ਦੀ ਗੱਲ ਕਰ ਲਈਏ। ਕਹਿੰਦੇ ਕੈਪਟਨ ਸਾਹਿਬ ਨੇ 4 ਸਾਲਾਂ ਦਾ ਸਿੱਧੂ ਸਾਹਿਬ ਰਿਕਾਰਡ ਜਿਹੜਾ ਪੇਸ਼ ਕੀਤਾ, ਰਿਕਾਰਡ ਪੇਸ਼ ਕੀਤਾ ਕਿ ਸਫਾਈ ਪੇਸ਼ ਕੀਤੀ ਆ? ਰਿਪੋਰਟ ਕਾਰਡ ਵੀ ਚੀਜ਼ ਹੁੰਦੀ ਹੈ, ਸਾਡੇ ਦਰਸ਼ਕਾਂ ਨੂੰ ਦੱਸਦੀ ਹੈ ਵੀ ਰਿਪੋਰਟ ਕਾਰਡ ਇਹ ਹੁੰਦਾ ਹੈ ਵੀ ਜਦੋਂ ਇੱਕ ਇਮਤਿਹਾਨ ਹੁੰਦਾ ਰਮਨ, ਦੇਖੋ ਇਮਤਿਹਾਨ ਤੋਂ ਬਾਅਦ ਉਡੀਕ ਹੁੰਦੀ ਹੈ ਸਾਰਿਆਂ ਜਣਿਆਂ ਨੂੰ, ਘਰਦਿਆਂ ਨੂੰ, ਜੀਆਂ ਨੂੰ ਵੀ ਹੁੰਦੀ, ਆਂਢੀਆਂ ਗੁਆਂਢੀਆਂ ਨੂੰ ਵੀ ਹੁੰਦੀ ਵੀ ਇਹਨਾਂ ਦਾ ਜਿਹੜਾ ਰਿਜ਼ਲਟ ਕੀ ਆਇਆ ਹੈ ਇਸ ਵਿਦਿਆਰਥੀ ਦਾ, ਹਨਾ। ਤੇ ਉਹ ਜਿਹੜਾ ਹੁਣ ਰਿਜ਼ਲਟ ਸੀ ਉਹ ਅਸੀਂ ਪੰਜਾਬ ਦੇ ਲੋਕਾਂ ਨੇ ਉਡੀਕਿਆ ਵੀ ਕੈਪਟਨ ਸਾਹਿਬ ਆਖਰ ਰਿਪੋਰਟ ਕਾਰਡ ਕੀ ਪੇਸ਼ ਕਰਨਗੇ। ਤਾਂ ਰਿਪੋਰਟ ਕਾਰਡ ਦੇ ਵਿੱਚ ਕੈਪਟਨ ਸਾਹਿਬ ਕਹਿੰਦੇ ਆ ਵੀ 85% ਅਸੀਂ ਕੰਮ ਕੀਤੇ ਆ ਸਾਡੀ ਸਰਕਾਰ ਨੇ। ਹਾਂਜੀ ਬਿਲਕੁਲ, 4 ਸਾਲਾਂ ਦੇ ਵਿੱਚ। ਤੇ ਹੁਣ ਇਹ 4 ਸਾਲਾਂ ਦੀ ਗੱਲ ਕੈਪਟਨ ਸਾਹਿਬ ਜਿਵੇਂ ਕਹਿ ਰਹੇ ਆ, ਤੇ ਨਾਲ ਦੀ ਨਾਲ ਹੀ ਦੇਖੋ ਹੁਣ ਵੇਖੋ ਘੇਰਾ ਵੀ ਪਿਆ ਵਿਧਾਨ ਸਭਾ ਦੇ ਵਿੱਚ, ਵਿਰੋਧੀ ਪਾਰਟੀਆਂ ਨੇ ਘੇਰਿਆ ਇਸ ਸੈਸ਼ਨ ਦੇ ਵਿੱਚ, ਹਨਾ। ਤਾਂ ਉਹ ਜੋ 8 ਮਾਰਚ ਨੂੰ ਬਜਟ ਸੈਸ਼ਨ ਵਿੱਚ ਹੋਇਆ ਉਹਦੇ ਵਿੱਚ ਵੀ ਆਪਣੇ ਵੱਲੋਂ ਖਜ਼ਾਨਾ ਮੰਤਰੀ ਸਾਹਿਬ ਨੇ ਪੂਰਾ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਲ ਇੱਕ ਇਹ ਗੱਲ ਹੋਈ ਕਿ ਕੈਪਟਨ ਸਾਹਿਬ ਨੂੰ ਵਿਰੋਧੀ ਧਿਰਾਂ ਇੱਕੋ ਮਾਮਲੇ ਤੇ ਘੇਰਿਆ ਦਿਆ ਸੀ ਵੀ ਕੈਪਟਨ ਸਾਹਿਬ ਤੁਸੀਂ ਵਾਅਦੇ ਕੀਤੇ ਸੀਗੇ, ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ ਤੁਸੀਂ ਸਹੁੰ ਚੁੱਕੀ ਸੀ, ਔਰ ਕੈਪਟਨ ਸਾਹਿਬ ਨੂੰ ਸਪਸ਼ਟੀਕਰਨ ਦੇਣਾ ਪਿਆ ਇਸ ਮਾਮਲੇ ਤੇ। ਔਰ ਕੈਪਟਨ ਸਾਹਿਬ ਕਹਿੰਦੇ ਆ ਵੀ ਦੇਖੋ ਇਹ ਐਵੇਂ ਸਰ ਵਿਰੋਧੀ ਧਿਰਾਂ ਇਸੇ ਗੱਲ ਦੇ ਉੱਤੇ ਮੈਨੂੰ ਘੇਰਾ ਪਾਈ ਬੈਠੀਆਂ, ਮੈਂ ਤਾਂ ਇਹੋ ਜਿਹਾ ਕੁਝ ਨਹੀਂ ਕਿਹਾ ਸੀ, ਮੈਂ ਤਾਂ ਇਹ ਕਿਹਾ ਸੀਗਾ ਵੀ ਮੈਂ ਨਸ਼ਿਆਂ ਦਾ ਲੱਕ ਤੋੜਨਾ ਹੈ, ਨਸ਼ੇ ਖਤਮ ਨਹੀਂ ਕਰਨੇ। ਹੈਰਾਨੀ ਦੀ ਗੱਲ ਵੀ ਨਸ਼ੇ ਖਤਮ ਨਹੀਂ ਕਰਨੇ, ਪੰਜਾਬ ਦਾ ਉਡੀਕਦਾ ਵੀ ਨਸ਼ੇ ਖਤਮ ਕਰੋਗੇ, ਤੇ ਹੁਣ ਤੁਸੀਂ ਸਪਸ਼ਟੀਕਰਨ ਦਿੰਦੇ ਹੋ ਤੇ ਕੀ ਕਹਿ ਸਕਦੇ ਕੈਪਟਨ ਸਾਹਿਬ ਦੇ। ਪਰ ਕੈਪਟਨ ਸਾਹਿਬ ਦੀ ਦੂਜੇ ਮਾਮਲੇ ਵਿੱਚ ਜਿਹੜੀ ਕੇਂਦਰ 'ਚ ਗੱਲ ਕੀਤੀ ਆ, ਇੱਕ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਵੀ ਭਾਈ ਆਪਦਾ ਅੜੀਅਲ ਰਵੱਈਆ ਜਿਹੜਾ ਹੈ ਉਹ ਛੱਡ ਦਿੱਤਾ ਜਾਵੇ, ਕਿਸਾਨਾਂ ਦੀ ਗੱਲ ਸੁਣੀ ਜਾਵੇ, ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਬਾਰੇ 'ਚ। ਨਾਲ ਹੀ ਉਹਨਾਂ ਇਹ ਗੱਲ ਕੀਤੀ ਹੈ ਕਿ ਜੇ ਅਸੀਂ ਇਸ ਤੋਂ ਇਲਾਵਾ ਜਿਹੜੇ ਖੇਤੀ ਸੋਧ ਬਿੱਲਾਂ ਦੀ ਗੱਲ ਕੀਤੀ ਸੀ, ਜਿਹੜੇ ਇਹਨਾਂ ਨੇ ਆਪਦੇ ਵਿਧਾਨ ਸਭਾ 'ਚ ਇੱਥੇ ਪਾਸ ਕੀਤੇ ਸੀ, ਜਿਹੜੇ ਪੰਜਾਬ ਅਸੈਂਬਲੀ 'ਚ ਪਾਸ ਕੀਤੇ ਸੀ, ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਜੀ ਇੱਧਰ ਵੀ ਧਿਆਨ ਦਿਓ, ਤੁਸੀਂ ਦੇਸ਼ ਦੇ ਪ੍ਰਮੁੱਖ ਨੂੰ ਧਿਆਨ ਦੇਣਾ ਚਾਹੀਦਾ। ਤੇ ਨਾਲ ਰਮਨ ਫਿਰ ਉਹਨਾਂ ਨੇ ਕਹਿ ਦਿੱਤਾ ਵੀ ਜੇ ਰਾਸ਼ਟਰਪਤੀ ਜੀ ਵੀ ਨਾ ਮੰਨੇ ਤੇ ਫਿਰ ਸੁਪਰੀਮ ਕੋਰਟ ਦਾ ਬਾਰ ਖੜਕਾਉਣਗੇ ਜਾ ਕੇ ਕੈਪਟਨ ਸਾਹਿਬ। ਕਾਸ਼ ਜਿਹੜੀ ਆ ਇਹ ਵਾਅਦਾ ਕੀਤਾ ਜਾਂ ਦਾਵਾ ਕੀਤਾ ਇਹ ਜ਼ਰੂਰ ਸਿਰੇ ਲੱਗਦੇ। ਪਰ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਉਹ ਕੱਲ ਬੋਲ ਰਹੇ ਸੀ ਵੀ ਮੈਂ ਜਿਹੜੀ ਗੁਟਕਾ ਸਾਹਿਬ ਦੀ ਬਾਰ-ਬਾਰ ਮੈਨੂੰ ਲੈ ਕੇ ਆਲੋਚਨਾ ਕੀਤੀ ਜਾ ਰਹੀ ਆ, ਉਹ ਮੈਂ ਆਈ ਨਹੀਂ ਆਈ ਕਿਹਾ ਸੀ, ਹਨਾ। ਤੇ ਜਾਂ ਫਿਰ ਲੀਡਰਾਂ ਦਾ ਜਾਂ ਜਿਹੜੇ ਫਿਲਮੀ ਆਰਟਿਸਟ ਹੁੰਦੇ ਉਹਨਾਂ ਦੀ ਇੱਕ ਡਾਇਲੌਗ ਜਿਹਾ ਹੁੰਦਾ ਵਾ ਵੀ ਭਾਈ ਮੇਰੇ ਬਿਆਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੋ ਗਿਆ ਨਾ ਹੁਣ ਤਾਂ ਇਹ ਜਿਹੜੀ ਚੀਜ਼ ਬੋਲੀ ਜਾਂਦੀ ਹੁੰਦੀ ਆ। ਤੇ ਪਰ ਖੈਰ ਉਹ ਰਿਪੋਰਟ ਕਾਰਡ ਘੱਟ ਮੈਨੂੰ ਸਫਾਈਆਂ ਵਾਲੀਆਂ ਲੱਗੀਆਂ ਵੀ ਸਫਾਈਆਂ ਦਿੱਤੀਆਂ ਉਹਨਾਂ ਨੇ ਵੀ 4 ਸਾਲ ਜਿਵੇਂ ਆ ਕਿਹਾ ਸੀ ਉਹ ਆਈ ਨਹੀਂ ਸੀ ਆਈ ਕਿਹਾ ਸੀ। ਸਪਸ਼ਟੀਕਰਨ ਕੀ ਹੁੰਦਾ, ਇਹੀ ਤਾਂ ਹੁੰਦਾ ਵੀ ਹੁਣ ਭਾਈ ਵਾਪਸ ਉਹਨੂੰ ਚੋਣਾਂ ਦਾ ਜਿਹੜਾ ਮਾਹੌਲ ਆਉਂਦਾ ਜਾਂਦਾ ਵਾਪਸ, ਤੇ ਵਾਪਸ ਜਿਹੜੇ ਆ ਉਹ ਕਹਿੰਦੇ ਵੀ ਮੈਨੂੰ ਮਾਫ ਕਰੋ ਤੇ ਗਾਂ ਵਾਧੇ ਅਗਲੇ ਵਾਅਦੇ ਹੋਰ ਸਹੀ ਬਣੇ। ਫੇਰ ਸਹੀ ਸੁਥਰੀ ਸ਼ਾਹ ਤਾਂ ਫਿਰ ਬਣਨਾ ਹੋਇਆ ਨਾ, ਸੁਥਰੀ ਸ਼ਾਹ ਬਣ ਕੇ ਹੀ ਫਾਇਦਾ ਹੋਊਗਾ। 2022 ਦੀਆਂ ਇਲੈਕਸ਼ਨਾਂ ਵੀ ਤਾਂ ਉਹਨਾਂ ਨੇ ਵੇਖਣੀ ਹੋਈਆਂ ਕਿ ਸਿੱਧੂ ਸਾਹਿਬ ਕਹਿੰਦੇ ਵੀ ਜਿਵੇਂ ਕਰੋਨਾ ਟੈਸਟ ਹੁੰਦਾ ਉਹਨਾਂ ਕਹਿੰਦੇ ਕਾਰਾਂ ਦੇ ਵੀ ਟੈਸਟ ਹੋਇਆ ਕਰਨਗੇ। ਬਿਲਕੁਲ 100% ਬਾਜਰਾ ਦੇਖੋ ਇਹ ਹੈ ਵੀ ਕੱਲ ਮਾਨਯੋਗ ਨਿਤਿਨ ਗਡਕਰੀ ਸਾਹਿਬ ਜਿਹੜੇ ਸਾਡੇ ਟਰਾਂਸਪੋਰਟ ਮੰਤਰੀ ਭਾਰਤ ਸਰਕਾਰ ਹੈ, ਉਹਨਾਂ ਨੇ ਕਿਹਾ ਹੈ ਵੀ ਦੇਖੋ ਪਹਿਲਾਂ ਤਾਂ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਮਨੁੱਖੀ ਸਰੀਰ ਦੀ ਆਪਾਂ ਜੇ ਗੱਲ ਕਰ ਲਈ ਨਾ ਤਾਂ ਕਹਿੰਦੇ ਹੁੰਦੇ ਵੀ ਪੂਰੀ ਜਿਹੜੀ ਆਪਦਾ ਬਾਡੀ ਚੈੱਕਅਪ ਜਿਹੜਾ ਉਹ ਕਰਾਉਣਾ ਚਾਹੀਦਾ ਹੈਗਾ। ਹੁਣ ਗੱਲ ਆ ਗਈ ਗੱਡੀਆਂ ਦੇ ਉੱਤੇ। ਸਾਡੇ ਘਰਾਂ ਦੇ ਵਿੱਚ ਰਮਣ ਇੱਕ ਚੀਜ਼ ਦੇਖਦੇ ਆ, ਚਾਹੇ ਸਰਕਾਰਾਂ ਦੇ ਵਿੱਚ ਆ, ਕਈ ਵਾਰੀ ਨਾ ਸੜਕ ਦੇ ਉੱਤੇ ਮੈਂ ਤਾਂ ਹੁਣ ਕਈ ਵਾਰੀ ਮੈਂ ਦਰਸ਼ਕਾਂ ਨਾਲ ਵੀ ਗੱਲ ਕਰ ਲਾਂ, ਮੈਂ ਬਹੁਤ ਵਾਰੀ ਨਾ ਜਦੋਂ ਰੋਡਵੇਜ਼ ਦੀ ਲਾਰੀ ਲੰਘਦੀ ਹੁੰਦੀ ਤੇ ਮੈਂ ਹਾਸੇ 'ਚ ਕਹਿ ਦੇਣਾ ਹੁੰਦਾ ਵੀ ਪੀਪੇ ਤੁਰੇ ਜਾਂਦੇ ਖੜਕੀਆਂ ਹੋਈਆਂ। ਹਾਲਾਤ ਇਦਾਂ ਦੇ ਬਣੇ ਆ ਵੀ ਸਾਡੇ ਦੇਸ਼ ਦੀਆਂ ਸੜਕਾਂ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਫਿੜਕੇ ਜੇ ਵਾਹਨ ਤੁਰੇ ਫਿਰਦੇ ਆ, ਕਿੰਨੀਆਂ ਕੁ ਬੱਸਾਂ ਤੁਰੀਆਂ ਫਿਰਦੀਆਂ, ਕਿੰਨੇ ਕੁ ਟਰੱਕ ਤੁਰੇ ਫਿਰਦੇ ਆ, ਕਿੰਨੀਆਂ ਕੁ ਕਾਰਾਂ, ਤੇ ਖਾਸ ਤੌਰ ਤੇ ਜਿਹੜੀ ਵਿੰਟੇਜ ਕਾਰਾਂ ਵਾਲੇ ਜਿਨ੍ਹਾਂ ਨੇ ਸੰਭਾਲ ਕੇ ਰੱਖੀਆਂ, ਹੁਣ ਫਿਕਰ ਉਹਨਾਂ ਨੂੰ ਵੀ ਹੋਊਗਾ ਇਸ ਗੱਲ ਦਾ, ਕਿਉਂਕਿ ਬਹੁਤ ਪੁਰਾਣੀਆਂ ਹੋ ਗਈਆਂ। ਹੁਣ ਵਿੰਟੇਜ ਕਾਰਾਂ ਦਾ ਜ਼ਮਾਨਾ ਤਾਂ ਅੱਜ ਰਿਹਾ ਨਹੀਂ, ਰੋਲਸ ਰਾਇਲ ਕਾਰਾਂ ਦਾ ਜ਼ਮਾਨਾ ਰਿਹਾ ਨਹੀਂ। ਆਹ ਗੱਲ ਸਾਡੇ ਪਟਿਆਲੇ ਵਾਲੇ ਰਾਜੇ ਹੋਰਾਂ ਦੀ ਕਰ ਲਈਏ ਨਾ, ਤਾਂ ਸਾਡੇ ਇੱਥੇ ਪਟਿਆਲੇ ਦੇ ਵਿੱਚ ਬਹੁਤ ਕਾਰਾਂ ਧਨਾੜ ਲੋਕਾਂ ਦੇ ਘਰਾਂ 'ਚ ਖੜੀਆਂ, ਸ਼ੌਕੀਨਾਂ ਦੇ ਘਰਾਂ ਦੇ ਵਿੱਚ ਖੜੀਆਂ। ਹੁਣ ਫਿਕਰਮੰਦੀ ਇਹ ਹੋਊਗੀ ਵੀ ਉਹਦਾ ਇੱਕ ਟੈਸਟ ਜਿਹੜਾ ਉਹ ਕਰਾਉਣਾ ਜ਼ਰੂਰੀ ਹੋਊਗਾ, ਫਿਟਨੈਸ ਟੈਸਟ ਹੁੰਦਾ। ਬੰਦੇ ਦਾ ਸੁਣਿਆ ਸੀ ਪਹਿਲੀ ਵਾਰੀ, ਨਵਾਂ ਸੁਣ ਕੇ ਹਾਸਾ ਬਣਾਉਂਦਾ ਪਿਆ ਕਿ ਫਿਟਨੈਸ ਟੈਸਟ ਜਿਹੜਾ ਆ ਉਹ ਹੋਊਗਾ। ਤੇ ਖਾਸ ਤੌਰ ਤੇ ਦੇਖੋ ਇੱਥੇ ਉਹਨਾਂ ਨੇ ਗੱਲ ਕੀ ਕੀਤੀ ਆ ਵੀ ਇੱਕ ਨਿੱਜੀ ਵਾਹਨਾਂ ਦੀ ਗੱਲ ਕੀਤੀ ਆ, ਇੱਕ ਜਿਹੜੇ ਸਰਕਾਰੀ ਵਾਹਨਾਂ ਦੀ ਗੱਲ ਕੀਤੀ ਹੈਗੀ ਆ ਜਿਹੜੇ ਪਾਏ ਹੋਏ। ਤੇ ਉਹਦੇ ਵਿੱਚ ਉਹ ਕੀ ਕਹਿੰਦੇ ਆ, ਕਹਿੰਦੇ ਜੀ 15 ਸਾਲ ਤੋਂ ਪੁਰਾਣੇ ਜਿਹੜੇ ਕਮਰਸ਼ੀਅਲ ਵਾਹਨ ਆ ਉਹਦੇ ਤੇ 20 ਸਾਲ ਤੋਂ ਪੁਰਾਣੇ ਨਿੱਜੀ ਵਾਹਨਾਂ ਦਾ ਜਿਹੜਾ
ਟੈਸਟ ਹੋਊਗਾ, ਫਿਟਨੈਸ ਟੈਸਟ, ਤੇ ਜ਼ਰੂਰੀ ਹੋਊਗਾ ਕਿ ਇਹ ਟੈਸਟ ਅਗਰ ਅਸੀਂ ਪਾਸ ਕਰਦੇ ਆ ਤੇ ਇਸ ਟੈਸਟ ਨੂੰ ਪਾਸ ਕਰਨ ਤੋਂ ਬਾਅਦ ਇੱਕ ਸਰਟੀਫਿਕੇਟ ਜਿਹੜਾ ਹੈਗਾ ਉਹ ਜਾਰੀ ਕੀਤਾ ਜਾਊਗਾ। ਉਹ ਸਰਟੀਫਿਕੇਟ ਜਾਰੀ ਕੀਤਾ ਜਾਊਗਾ, ਤਦ ਹੀ ਫਿਰ ਉਹ ਰਿਨਿਊ ਜਿਹੜਾ ਆ ਉਹ ਕਰਵਾ ਸਕਣਗੇ। ਅਗਰ ਨਹੀਂ ਹੁੰਦਾ ਤੇ ਫਿਰ ਪਤਾ ਕੀ ਕੀਤਾ ਜਾਊਗਾ, ਇੱਕ ਹੋਰ ਵੀ ਨਵਾਂ ਨਾਲ ਪੰਗਾ ਖੜਾ ਕੀਤਾ ਵੀ ਉਸ ਤੋਂ ਬਾਅਦ ਇਹ ਆ ਵੀ ਇਹਨੂੰ ਰੱਦ ਕਰਕੇ ਫਿਰ ਕਬਾੜਖਾਨੇ ਭੇਜਿਆ ਜਾਊਗਾ, ਕਿਉਂਕਿ ਫਿਟਨੈਸ ਨਹੀਂ ਤਾਂ ਫਿਰ ਬੰਦਾ ਕਬਾੜ ਹੀ ਬੰਦਾ ਵੀ ਅਗਰ ਮਤਲਬ ਇਹ ਮੰਨਣਾ ਪਊਗਾ ਕਿ ਜਿਹੜੀਆਂ ਬਹੁਤੀਆਂ ਪੁਰਾਣੀਆਂ ਗੱਡੀਆਂ, ਵਾਹਨ ਜਾਂ ਕਾਰਾਂ ਜਿਹੜੀਆਂ ਘਰਾਂ 'ਚ ਲੋਕਾਂ ਦੇ ਖੜੀਆਂ ਹੋਈਆਂ ਵੀ ਜਾਂ ਤਾਂ ਭਾਈ ਜੇ ਬਾਲਾ ਹੀ ਪਿਆਰ ਪਿਉਰ ਆ ਉਹਨਾਂ ਨੂੰ ਤੇ ਉਹ ਅਜਾਇਬ ਘਰ ਵਾਲੀਆਂ ਚੀਜ਼ਾਂ ਵਾਂਗੂ ਘਰੇ ਸਜਾ ਕੇ ਰੱਖਣ, ਤੇ ਨਹੀਂ ਤਾਂ ਫਿਰ ਉਹ ਜਿਹੜੀ ਆ ਕਬਾੜ ਦੇ ਹਵਾਲੇ ਹੋਣਗੀਆਂ। ਪਰ ਸਿੱਧੂ ਸਾਹਿਬ ਇਹਦੇ ਵਿੱਚ ਦੋਨੇ ਚੀਜ਼ਾਂ ਹੈਗੀਆਂ। ਇੱਕ ਤਾਂ ਦੇਖੋ ਉਹਨਾਂ ਲੋਕਾਂ ਨੂੰ ਮਾਰ ਪਊਗੀ ਜਿਹੜੇ ਸਾਡੇ ਵਰਗੇ ਵਿਚਾਰੇ ਹਜੇ ਸੈਕਿੰਡ ਹੈਂਡ ਗੱਡੀ ਖਰੀਦਣ ਬਾਰੇ ਸੋਚ ਰਹੇ ਆ, ਉਹ ਵੀ 10 ਵਾਰੀ ਸੋਚਣਗੇ ਕਿ ਭਾਈ ਲੈਣੀ ਆ ਜਾਂ ਨਹੀਂ ਲੈਣੀ, ਉਹ ਮਹਿੰਗੀ ਪੈ ਜੂ, ਜਾਂ ਫਿਰ ਜੇ ਲੈਣੇ ਆ ਜਿੰਨੇ ਪੈਸਿਆਂ ਚੋਂ ਬਾਅਦ ਚੋਂ ਉਨੇ ਸਾਲ ਗਾਂ ਚੱਲੂਗੀ ਵੀ ਕਿ ਨਹੀਂ, ਕਿਉਂਕਿ ਹੁਣ ਵੈਲਿਡਿਟੀ ਤੈਅ ਹੋ ਜਾ ਕਰੂ, ਹਨਾ। ਤੇ ਦੂਜੇ ਨੰਬਰ ਤੇ ਇਹ ਵੀ ਚੀਜ਼ ਹੋ ਜਾਂਦੀ ਹੈ ਕਿ ਜੇ ਜਿਨ੍ਹਾਂ ਨੂੰ ਪੈਸੇ ਟਕੇ ਦਾ ਕੋਈ ਮਸਲਾ ਹੈਗਾ ਜਾਂ ਬਹੁਤ ਸਾਰੇ ਜਿਹੜੇ ਫੋਰਨਰਸ ਆ, ਖਾਸ ਤੌਰ ਤੇ ਦੁਆਬਾ ਏਰੀਆ ਦੀ ਜੇ ਗੱਲ ਕਰੀਏ, ਉੱਥੇ ਤਾਂ ਉਹ ਨਵੀਆਂ ਗੱਡੀਆਂ ਲੈ ਕੇ ਤੇ ਕਿੰਨੇ ਸਾਲ ਮੁੜਦੇ ਨਹੀਂ ਹੁੰਦਾ ਵੀ ਜਦੋਂ ਆਵਾਂਗੇ ਵਾਪਸ ਚਲਾਵਾਂਗੇ। ਤੇ ਹੁਣ ਜਿਹੜੀਆਂ ਖੜੀਆਂ ਖੜਾਈਆਂ ਗੱਡੀਆਂ ਵੀ ਜਿਹੜੀਆਂ ਉਹ ਕਿਤੇ ਨਾ ਕਿਤੇ ਹੋ ਜਾ ਕਰਨਗੀਆਂ। ਰਮਨ ਇੱਥੇ ਮੈਂ ਨਾਲ ਇੱਕ ਜੁੜਦੀ ਗੱਲ ਹੋਰ ਵੀ ਕਰਨੀ ਚਾਹੂੰਗਾ। ਕੱਲ ਇੱਕ ਹੋਰ ਐਲਾਨ ਵੀ ਹੋਇਆ ਤੇ ਪਹਿਲਾਂ ਤਾਂ ਬੜੀ ਖੁਸ਼ੀ ਚ ਮਹਿਸੂਸ ਹੋਈ। ਮੈਂ ਤਾਂ ਤੁਹਾਨੂੰ ਆਪ ਹੀ ਖੁਸ਼ਖਬਰੀ ਪੁੱਛਣ ਲੱਗੀ ਸੀ, ਟੋਲ ਪਲਾਜ਼ਾ ਹਾਂ ਟੋਲ ਪਲਾਜ਼ੇ ਵਾਲੇ ਕਹਿੰਦੇ ਟੋਲ ਪਲਾਜ਼ੇ ਚੱਕ ਦੇਣੇ ਹਨਾ, ਤੇ ਮੈਨੂੰ ਖੁਸ਼ੀ ਜੀ ਹੋਈ ਵੀ ਟੋਲ ਪਲਾਜ਼ੇ ਚੱਕ ਦੇਣੇ ਆ ਟੋਲ ਪਲਾਜ਼ੇ। ਪਰ ਗੱਲ ਇਹ ਹੋ ਵੀ ਜਿਹੜੇ ਟੋਲ ਬੂਥ ਹਨਾ ਉਹਨਾਂ ਨੂੰ ਚੱਕ ਤਾਂ ਦਿੱਤਾ ਜਾਊਗਾ, ਪਰ ਨਵੀਂ ਨੀਤੀ ਵੀ ਲਿਆਂਦੀ ਜਾਂਦੀ ਹੈ ਵੀ ਹੁਣ ਜਿਹੜਾ GPS ਦੇ ਜ਼ਰੀਏ ਗੱਲ ਕਰ ਰਹੇ ਆ ਵੀ ਟੈਕਸ ਵਸੂਲਣ ਦੀ ਜਿਹੜੀ ਗੱਲ ਉਹ ਪੱਕੀ ਰਹੂਗੀ, ਉਹ ਕਾਇਮ ਰਹਿਣਗੇ ਉਸ ਗੱਲ ਤੇ, ਟੈਕਸ ਤੋਂ ਪਿੱਛੇ ਹਟ ਦੇਗੇ। ਉਹਨਾਂ ਨੂੰ ਕੋਈ ਪੈਸਾ ਭੈੜਾ ਲੱਗਦਾ ਕਿਉਂ ਬੰਦ ਕਰਨਗੇ ਟੋਲ ਪਲਾਜ਼ੇ? ਕਿਉਂਕਿ ਖਾਸ ਤੌਰ ਤੇ ਅਗਰ ਗਡਕਰੀ ਸਾਹਿਬ ਦੀ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਜਿੰਨੀਆਂ ਸੜਕਾਂ ਬਣ ਰਹੀਆਂ ਇਹ ਵੀ ਪਤਾ ਲੱਗਿਆ ਵੀ ਜਿਹੜੇ ਗਡਕਰੀ ਸਾਹਿਬ ਆ, ਮੈਂ ਦੱਬ ਵੀ ਸੁਰਜ ਨੇ ਕਹਿ ਤਾਂ ਲਵਾਂ ਗੱਲ ਇਹ ਵੀ ਸਾਰਾ ਉਹਨਾਂ ਦਾ ਹਿੱਸਾ ਠੇਕਾ ਹੈਗਾ ਉਹਨਾਂ ਦਾ, ਕਿਉਂਕਿ ਸੜਕਾਂ ਬਣਾਈ ਉਹਨਾਂ ਦੀਆਂ ਕੰਪਨੀਆਂ ਰਹੀਆਂ ਹੈਗੀਆਂ। ਤੇ ਫਿਰ ਗਡਕਰੀ ਸਾਹਿਬ ਉਸ ਤਰੀਕੇ ਨਾਲ ਵੀ ਗੱਲਬਾਤ ਕਰਨਗੇ। ਔਰ ਕੱਲ ਇੱਕ ਹੋਰ ਵੀ ਨਾਲ ਗੱਲ ਹੋਈ ਹੈ, ਕੱਲ ਸਾਡੇ ਮਨੀਸ਼ ਤਿਵਾੜੀ ਹੋਣੀ ਜਿਹੜੇ ਕਾਂਗਰਸ ਦੇ ਅਨੰਦਪੁਰ ਸਾਹਿਬ ਤੋਂ ਸਾਡੇ MP ਆ, ਉਹਨਾਂ ਨੇ ਘੇਰਾ ਵੀ ਪਾਇਆ ਗਡਕਰੀ ਸਾਹਿਬ ਨੂੰ। ਘੇਰਾ ਪਾਇਆ, ਹੈਰਾਨੀ ਰਮਨ ਹੋਊਗੀ ਤੁਹਾਨੂੰ, ਘੇਰਾ ਕਿਉਂ ਪਾਇਆ? ਬਈ ਸ਼੍ਰੀ ਹਰਮੰਦਰ ਸਾਹਿਬ ਤੋਂ ਗੱਲ ਕਰ ਲਈ, ਅੰਮ੍ਰਿਤਸਰ ਸਾਹਿਬ ਤੋਂ ਨਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਇੱਕ ਸੜਕ ਪ੍ਰਵਾਨ ਕੀਤੀ ਗਈ। ਔਰ ਕਾਗਜ਼ਾਂ ਦੇ ਵਿੱਚ ਸੜਕ ਬਣ ਵੀ ਗਈ, 2 ਵਾਰੀ ਉਦਘਾਟਨ ਵੀ ਹੋ ਗਿਆ। ਕੀ ਬਾਤ ਹੈ। ਉਸ ਮਾਮਲੇ ਤੇ ਘੇਰੇ ਪਾਇਆ ਗਿਆ, ਘੇਰਾ ਇਹ ਪਾਇਆ ਗਿਆ ਵੀ ਭਾਈ ਦੱਸਿਆ ਜਾਵੇ ਵੀ ਐਦਾਂ ਹੁੰਦਾ ਨਹੀਂਗਾ ਗਡਕਰੀ ਸਾਹਿਬ, ਤੇ ਤੁਸੀਂ ਕਿਵੇਂ ਮਤਲਬ ਇੱਕ ਚੀਜ਼ ਬਣੀ ਨਹੀਂ, ਹੋਈ ਨਹੀਂ, ਕਾਗਜ਼ਾਂ 'ਚ ਪੂਰੀ ਵੀ ਹੋ ਗਈ, 2 ਵਾਰੀ ਤੁਸੀਂ ਨੀਂਹ ਪੱਥਰ ਕਰਕੇ ਉਦਘਾਟਨ ਵੀ ਕਰਿਆ, ਉਹ ਸੜਕ ਕਿੱਥੇ ਆ? ਪਰ ਗਡਕਰੀ ਸਾਹਿਬ ਨੂੰ ਥੋੜਾ ਜਿਹਾ ਆਪਦੀ ਕੰਨ ਜਿਹਾ ਖੁਰਕ ਕੇ ਤੇ ਕੱਲ ਉਹਨਾਂ ਨੂੰ ਬਹਿਣਾ ਪਿਆ, ਕਿਉਂਕਿ ਤਸੱਲੀ ਬਖਸ਼ ਜਵਾਬ ਨਹੀਂ ਹੈ। ਤੇ ਕਹਿੰਦੇ ਕੋਈ ਨਹੀਂ ਜੀ ਸੋਚਾਂਗੇ, ਹੈਗਾ ਆ ਪੰਜਾਬ ਦੇ ਵਿੱਚ, ਕਿਉਂਕਿ ਹੁਣ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 400 ਸਾਲਾ ਆ ਰਿਹਾ ਤੇ ਸ਼ਤਾਬਦੀ ਵਰ੍ਹੇ ਨੂੰ ਲੈ ਕੇ ਉਹ ਕਹਿੰਦੇ ਜੀ ਸਾਡੀ ਕੋਸ਼ਿਸ਼ ਹੈਗੀ ਆ ਵੀ ਜਿਹੜੇ ਕੁਝ ਖਾਸ ਗੁਰੂ ਘਰ ਆਉਂਦੇ ਆ ਰਸਤੇ ਵਿੱਚ ਉਹਨਾਂ ਨੂੰ ਲੈ ਕੇ ਹੀ ਇਹ ਸੜਕ ਨੂੰ ਫਿਰ ਬਣਾਇਆ ਜਾਊਗਾ, ਕੁਝ ਇਹ ਗੱਲ ਕੀਤੀ ਆ। ਤਾਂ ਇਸ ਕਰਕੇ ਕੱਲ ਗਡਕਰੀ ਸਾਹਿਬ ਸੀਗੇ, ਉਹਨਾਂ ਨੇ ਇਹ ਐਲਾਨ ਕੀਤਾ। ਤੇ ਹੁਣ ਗੱਲ ਇਹ ਆ ਵੀ ਬਾਈ ਪੁਰਾਣੀਆਂ ਗੱਡੀਆਂ ਵਾਲਿਓ ਤੁਸੀਂ ਸੁਚੇਤ ਹੋ ਜਾਓ, ਤੁਹਾਨੂੰ ਆਪਣੇ ਗੱਡੀਆਂ ਦਾ ਟੋਲ ਪਲਾਜ਼ਿਆਂ ਦੇ ਉੱਤੇ ਸਿੱਧੂ ਸਾਹਿਬ ਇੱਕ ਇਹ ਵੀ ਸਵਾਲ ਜੀ ਉੱਠਦੇ ਨਾ ਮਨ ਦੇ ਵਿੱਚ ਵੀ ਜੇ ਆਨਲਾਈਨ ਸਾਰਾ ਕੁਝ ਹੋ ਜਾਂਦਾ ਤੇ ਪਹਿਲਾਂ ਤਾਂ ਤੁਸੀਂ ਇੰਨਾ ਜਿਹੜਾ ਸਟਰਕਚਰ ਖੜਾ ਕੀਤਾ, ਫਿਰ ਉਹਨੂੰ ਹੁਣ ਢਾਓਗੇ, ਤੋੜੋਗੇ ਤੇ ਉਹ ਜਿਹੜੇ ਖੱਡੇ ਖੁੱਡੇ ਰਹਿ ਜਾਣੇ ਆ। ਅੱਗੇ ਤਾਂ ਹੁੰਦਾ ਸੀ ਸਿੱਧੂ ਸਾਹਿਬ ਜੇ ਸੜਕ ਕੋਈ ਨਹੀਂ ਬਣੀ ਤੇ ਬੰਦਾ ਟੋਲ ਪਲਾਜ਼ੇ ਤੇ ਜਾ ਕੇ ਬਹਿ ਜਾਂਦਾ ਸੀ ਵੀ ਅਸੀਂ ਨਹੀਂ ਦਿੰਦੇ, ਆ ਚੱਕੋ ਧਰਨਾ, ਅਸੀਂ ਨਹੀਂ ਦਿੰਦੇ ਟੈਕਸ, ਸੜਕ ਬਣਾਓ ਪਹਿਲਾਂ। ਹੁਣ ਜਾ ਕੇ ਬੈਠਣਗੇ ਕਿੱਥੇ ਲੋਕ, ਕਿਉਂਕਿ ਆਨਲਾਈਨ ਤੁਹਾਡੇ ਅਕਾਊਂਟ 'ਚੋਂ ਸਾਰਾ ਕੁਝ ਨਿਕਲੀ ਤੁਰਿਆ ਜਾਣਾ, ਹੁਣ ਤਾਂ ਕੋਈ ਤੁੱਕ ਰਹਿ ਨਹੀਂ ਗਈ, ਨਾ ਧਰਨੇ ਰਹਿ ਗਏ, ਘਰੇ ਟਿਕਟ ਆ ਜਾ ਕਰੂਗੀ। ਜਦ ਤੱਕ ਟਿਕਟ ਤੁਸੀਂ ਉਹ ਕੈਨੇਡਾ ਦੇ ਵਿੱਚ ਟਿਕਟ ਕਹਿੰਦੇ ਆ, ਇੱਧਰ ਤਾਂ ਕਹਿੰਦੇ ਵੀ ਟੈਕਸ ਦੀ ਜੋ ਵੀ ਉਹ ਪਰਚੀ ਵਗੈਰਾ ਆ ਜਾ ਕਰੂ, ਜੇ ਤੁਸੀਂ ਨਹੀਂ ਭਰਿਆ ਕਰਾਂਗੇ। ਇਹਨਾਂ ਕੋਲੇ ਕਰਨ ਨੂੰ ਬਹੁਤ ਸਾਰੇ ਐਕਸ਼ਨ ਆ, ਪਰ ਲੋਕ ਆਪਣੀ ਗੱਲ ਕਿਸ ਜਿਹੜੇ ਆ ਮੈਦਾਨ 'ਚ ਰੱਖਣਗੇ। ਤੇ ਹੁਣ ਤਾਂ ਵੈਸੇ ਵੀ ਲੋਕ ਜਿਹੜੇ ਟੋਲ ਪਲਾਜ਼ਿਆਂ ਦੀ ਆਈ ਤਈ ਫੇਰੀ ਹੋਈ ਆ ਕਿਸਾਨ ਅੰਦੋਲਨ ਨੇ, ਤੇ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਵੀ ਇਹਦੇ ਤਾਂ ਉੱਤੇ ਆ ਕੇ ਬਹਿ ਜਾਂਦੇ, ਇਹਨੂੰ ਬੰਦ ਕਰਾ ਜਾਂਦੇ ਆ, ਅਸੀਂ ਆਨਲਾਈਨ ਹੀ ਕਿਸੇ ਤੋਂ ਜੇ ਕੋਈ ਛੱਲ ਲਾ ਸਕਦੇ ਆ ਤਾਂ, ਹਨਾ। ਬਹੁਤ ਸਾਰੇ ਤਰੀਕੇ ਆ। ਤੇ ਹੁਣ ਆ ਜਾਈਏ ਜਿੱਥੇ ਕਾਰਾਂ ਦੇ ਟੈਸਟਾਂ ਦੀ ਗੱਲ ਹੋ ਰਹੀ ਹੈ, ਤੇ ਟੈਸਟ ਪਿਛਲੇ 1 ਸਾਲ ਤੋਂ ਲਗਾਤਾਰ ਇਹ ਜਿਹੜਾ ਸ਼ਬਦ ਵਰਤਿਆ ਜਾ ਰਿਹਾ, ਕਿਉਂਕਿ ਕਰੋਨਾ ਆ ਗਿਆ ਹੋਇਆ ਤੇ ਕਹਿੰਦੇ ਕਰੋਨਾ ਫੇਰ ਆ ਗਿਆ ਪੰਜਾਬ 'ਚ। ਤੇ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਸਿੱਧੂ ਸਾਹਿਬ ਜਿਹੜਾ ਕਰਫਿਊ ਜਾਰੀ ਆ, ਤੇ ਜਿਹੜਾ ਰਾਤ ਦਾ ਕਰਫਿਊ ਲੱਗਦਾ ਸੀ ਉਹਦੇ ਵਿੱਚ 2 ਘੰਟੇ ਦਾ ਹੋਰ ਵਾਧਾ ਕਰ ਦਿੱਤਾ ਗਿਆ। ਇੱਕ ਤਾਂ ਇਹਦੇ ਬਾਰੇ ਜਾਣਨਾ ਚਾਹੁੰਦੀ ਹਾਂ, ਦੂਜਾ ਮੈਂ ਜਾਣਨਾ ਚਾਹੁੰਦੀ ਹਾਂ ਵੀ ਰਾਤ ਨੂੰ ਹੀ ਕਰੋਨਾ ਕਾਹਤੋਂ ਆਉਂਦਾ ਜਦੋਂ ਕਿ ਲੋਕ ਹੀ ਬੜੇ ਘੱਟ ਹੁੰਦੇ ਆ ਸੜਕਾਂ ਤੇ।
ਦੇਖੋ ਗੱਲ ਇਹ ਆ, ਹਾਸੇ 'ਚ ਅਸੀਂ ਇਹਨੂੰ ਐਂ ਕਹਿ ਦਿੰਦੇ ਵੀ ਉੱਲੂ ਰਾਤ ਨੂੰ ਜਾਗਦੇ ਆ, ਉੱਡਦੇ ਆ ਤੇ ਆਪਣਾ ਸ਼ਿਕਾਰ ਕਰਦੇ ਆ। ਮੈਨੂੰ ਲੱਗਦਾ ਵੀ ਕਰੋਨਾ ਨੇ ਹੁਣ ਸੋਚਿਆ ਹੋਣਾ ਵੀ ਦਿਨੇ ਤਾਂ ਹੁਣ ਬਹੁਤ ਭੀੜ ਹੋਣ ਲੱਗ ਗਈ ਆ, ਬਾਜ਼ਾਰ ਭਰੇ ਰਹਿੰਦੇ ਆ, ਆਵਾਜਾਈ ਤੁਰੀ ਰਹਿੰਦੀ ਆ, ਵੀ ਇਦਾਂ ਤਾਂ ਨਹੀਂ ਮੈਂ ਹੁਣ ਹੋ ਸਕਦੀ ਤੇ ਇਦਾਂ ਹੀ ਹੋ ਜਾ ਸ਼ਾਇਦ, ਇਸ ਕਰਕੇ ਰਾਤ ਨੂੰ ਡਰਾਵਾ ਜਿਹੜਾ ਆ ਉਹ ਪਾਇਆ ਜਾ ਰਿਹਾ। ਤਾਂ ਇਸ ਕਰਕੇ ਜਿਹੜੇ 2 ਘੰਟੇ ਦੇ ਵਿੱਚ ਇਜ਼ਾਫਾ ਕੀਤਾ ਗਿਆ ਆ, ਉਹ ਇਜ਼ਾਫਾ ਇਹ ਸੀਗਾ ਕਿ ਹੁਣ ਰਾਤ ਨੂੰ 9 ਵਜੇ ਤੋਂ ਲੈ ਕੇ ਤੇ ਤੜਕੇ 5 ਵਜੇ ਤੱਕ ਵਧਾ ਦਿੱਤੀ ਗਈ ਇਹ 2 ਘੰਟੇ, ਤਾਂ ਕਿ ਹੁਣ ਇੱਕ ਉਸ ਗੱਲ ਦੇ ਉੱਤੇ ਬਵਾਲ ਵੀ ਮਚ ਰਿਹਾ ਹੈਗਾ ਦੇਸ਼ ਵਿੱਚ ਵੀ ਕਰੋਨਾ ਇੱਕ ਪਾਸੇ ਇੰਨੀਆਂ ਭੀੜਾਂ ਉੱਥੇ ਹੁੰਦਾ ਨਹੀਂ, ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਨਿਕਲ ਕੇ ਆਉਂਦੀ ਤੇ ਉੱਥੇ ਵੱਡਾ ਐਲਾਨ ਕਰ ਦਿੱਤੇ ਜਾਂਦਾ, ਜਿਵੇਂ ਰਾਜਾ ਸਾਹਿਬ ਨੇ ਐਲਾਨ ਕੀਤੇ ਆ ਕਿ ਹੁਣ ਉਹ ਕਹਿੰਦੇ ਜੀ ਇਸ ਟਾਈਮ ਕੋਈ 3800 ਦੇ ਕਰੀਬ ਜਿਹੜੇ ਆ ਮਾਮਲੇ ਸਾਹਮਣੇ ਆ ਰਹੇ ਆ, ਜਿਹਦੇ ਵਿੱਚ ਕੁਝ ਮੌਤਾਂ ਦੀ ਵੀ ਗੱਲ ਕੀਤੀ। ਅਸੀਂ ਕੱਲ ਵੀ ਚਰਚਾ ਕੀਤੀ ਸੀ ਇਸ ਬਾਰੇ ਤੇ ਅੱਜ ਫੇਰ ਉਹ ਆ ਰਹੀ, ਔਰ ਸਾਨੂੰ ਐ ਹੁੰਦਾ ਵੀ ਅਸੀਂ ਸਵੇਰੇ ਪ੍ਰੋਗਰਾਮ 'ਚ ਕਰੋਨਾ ਬਾਰੇ ਕਿਤੇ ਗੱਲ ਕਰਕੇ ਡਰਾਵੇ ਵਾਲੀ ਗੱਲ ਨਾ ਕਰੀਏ, ਕਿਉਂਕਿ ਡਰਨ ਵਾਲੀ ਗੱਲ ਇਹ ਵੀ ਬਣੀ ਪਈ ਆ ਕਿ ਜਦੋਂ ਐਡੇ ਐਲਾਨ ਕੀਤੇ ਜਾਂਦੇ ਆ ਤੇ ਸ਼ਾਇਦ ਕਿਤੇ ਲੱਗਦਾ ਕਦੇ ਸ਼ੱਕ ਸਾਨੂੰ ਵੀ ਪੈਂਦਾ ਹੁੰਦਾ ਰਮਨ ਵੀ ਕੁਝ ਤਾਂ ਗੱਲ ਹੋਣੀ ਆ, ਵਜ੍ਹਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਪਰਸੋਂ ਮੀਟਿੰਗ ਕੀਤੀ ਹੈ ਸਿੱਧੂ ਸਾਹਿਬ, ਉਹਦੇ ਵਿੱਚ ਜੇ ਤੁਸੀਂ ਉਹਨਾਂ ਦੇ ਬਿਆਨ ਡੂੰਘਾਈ ਨਾਲ ਸੁਣੇ ਹੋਣ ਤੇ ਉਹ ਬਾਰ-ਬਾਰ ਜਿਹੜੀਆਂ ਇਹ ਚੀਜ਼ਾਂ ਕਹਿ ਰਹੇ ਸੀਗੇ ਕਿ ਕੋਈ ਗੱਲ ਨਹੀਂ, ਪੈਨਿਕ ਕਰਨ ਵਾਲੇ ਬਿਆਨ ਜਿਹੜੇ ਮੰਤਰੀ ਨਾ ਦੇਣ, ਪਰ ਆਪਣੇ ਜਿਹੜੇ ਰਾਜਾਂ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਉਹਨਾਂ ਨੂੰ ਲੱਗਦੀਆਂ ਵੀ ਇਹ ਕਰ ਦੇਣੀਆਂ ਚਾਹੀਦੀਆਂ ਹੈਗੀਆਂ, ਉਸ ਤਰੀਕੇ ਨਾਲ ਉਹ ਨਿਯਮ ਲਾਗੂ ਕਰਕੇ ਇਹਨੂੰ ਕੰਟਰੋਲ ਕਰਨ। ਤੇ ਸਿੱਧੂ ਸਾਹਿਬ ਜਿਹੜੀ ਖਾਸੀਅਤ ਸੀਗੀ ਉਸ ਉਹਨਾਂ ਦੇ ਭਾਸ਼ਣ ਦੀ, ਉਸ ਮੀਟਿੰਗ ਦੀ, ਉਹ ਤੁਸੀਂ ਦੇਖੋ ਵੀ ਮੈਂ ਇੱਕ ਲਫ਼ਜ਼ ਸੁਣਿਆ ਉਹਨਾਂ ਦਾ ਕਿ ਉਹ ਬਾਰ-ਬਾਰ ਹਰ ਇੱਕ ਚੀਜ਼ ਨੂੰ ਕਹਿ ਰਹੇ ਸੀ, ਤੇ ਉਹਨਾਂ ਦਾ ਸਭ ਤੋਂ ਇੱਕ ਹਾਈਲਾਈਟਡ ਪੁਆਇੰਟ ਇਹ ਸੀ ਕਿ 130 ਕਰੋੜ ਮੇਰੇ ਭਾਰਤ ਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਕਰੋਨਾ ਦੇ ਨਾਲ ਲੜਾਈ ਲੜਨ 'ਚ, ਤੇ ਮੈਨੂੰ ਯਾਦ ਆ ਰਹੀ ਸੀ ਉਹ ਥਾਲ ਖੜਕਾਉਣੇ, ਉਹ ਦੀਵੇ ਜਗਾਉਣੇ, ਉਹ ਸਾਰਾ ਕੁਝ। ਤੇ ਉਹਨਾਂ ਦੇ 130 ਕਰੋੜ ਦੇਸ਼ ਵਾਸੀਆਂ ਦੇ ਵਿੱਚ ਉਹਨਾਂ ਨੂੰ ਸਿਹਤਯਾਬ ਕਰਨ ਦੇ ਲਈ ਆਪਣੇ ਮੰਤਰੀਆਂ ਨੂੰ ਬਾਰ-ਬਾਰ ਉਤਸ਼ਾਹਿਤ ਕਰ ਰਹੇ ਸੀ। ਉਹਦੇ ਵਿੱਚ ਦਿੱਲੀ ਬੈਠੇ ਜਿਹੜੇ ਦਿੱਲੀ ਦੀਆਂ ਸੜਕਾਂ ਤੇ ਬੈਠੇ ਲੋਕ ਆ, ਉਹ ਪਤਾ ਨਹੀਂ ਕੌਣ ਆ, ਉਹ 130 ਕਰੋੜ ਦੇ ਵਿੱਚ ਆਉਂਦੇ ਆ ਜਾਂ ਨਹੀਂ ਆਉਂਦੇ, ਉਹਨਾਂ ਦੀ ਸਿਹਤ ਨੂੰ ਲੈ ਕੇ ਕੋਈ ਉੱਥੇ ਅਸੀਂ ਸਿਹਤ ਮੰਤਰਾਲਾ ਬਿਠਾਇਆ ਜਾਂ ਨਹੀਂ ਬਿਠਾਇਆ, ਇਹਦਾ ਪ੍ਰਧਾਨ ਮੰਤਰੀ ਸਾਹਿਬ ਦੀ ਜ਼ੁਬਾਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜ਼ਿਕਰ ਹੀ ਨਹੀਂ ਸੀ। ਬੇਫਿਕਰੀ ਆ, ਬੇਫਿਕਰੀ ਦੇ ਨਾਲ ਮੈਂ ਗੱਲ ਪਤਾ ਕੀ ਕਹੂੰਗਾ ਕਿ ਅਸੀਂ ਕਹਿ ਦਿੰਦੇ ਆ ਕਿ ਇਸ ਤਰ੍ਹਾਂ ਦੇ ਲੋਕ, ਖਾਸ ਤੌਰ ਤੇ ਜਿਹੜਾ ਜ਼ਿੰਮੇਵਾਰ ਅਹੁਦੇ ਤੇ ਬੈਠਾ ਹੋਵੇ, ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ, ਜਿਵੇਂ ਰਾਹੁਲ ਗਾਂਧੀ ਨੇ ਹੁਣ ਘੇਰਾ ਪਾਲਿਆ ਇਸ ਮਾਮਲੇ ਤੇ। ਹੁਣ ਰਾਹੁਲ ਗਾਂਧੀ ਪਤਾ ਕੀ ਕਹਿੰਦੇ, ਉਹ ਕਹਿੰਦੇ ਮੈਨੂੰ ਹੈਰਾਨੀ ਆਉਂਦੀ ਆ ਕਿ ਪ੍ਰਧਾਨ ਮੰਤਰੀ ਸਾਹਿਬ ਤੇ ਭਾਜਪਾ ਦੇ ਇਹ ਸਾਰੇ ਦੇ ਸਾਰੇ ਲੀਡਰ 2 ਮਿੰਟ ਦਾ ਇਹਨਾਂ ਕੋਲੇ ਮੌਨ ਵੀ ਨਹੀਂ ਧਾਰਨ ਕਰ ਸਕਦੇ ਜਿਹੜੇ ਸ਼ਹੀਦ ਹੋਏ ਆ ਕਿਸਾਨ ਅੰਦੋਲਨ ਦੇ ਦਰਮਿਆਨ। ਪਰ ਉਹ ਸ਼ਹੀਦ ਮੰਨਦੇ ਨਹੀਂ ਨਾ। ਹਾਂ, ਪਰ ਉਹ ਮੰਨਦੇ ਨਹੀਂ, ਗੱਲ ਤਾਂ ਇਹੀ ਆ। ਹੁਣ ਗੱਲ ਉਹੀ ਦਿੱਲੀ ਦੇ ਬਾਰਡਰਾਂ ਤੇ ਵੀ ਆਉਂਦੀ ਵੀ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨ ਇਹਨਾਂ ਨੂੰ ਦੇਸ਼ ਦੇ ਵਸਨੀਕ ਲੱਗਦੇ ਨਹੀਂ। ਪਰ ਨਾਲ ਹੁਣ ਮੈਂ ਫੇਰ ਇੱਕ ਵਾਰੀ ਮੁੜਿਆ ਉਹਨਾਂ ਵੀ ਜਿਹੜੀ ਆ ਪੰਜਾਬ ਕਰੋਨਾ ਦੀ ਗੱਲ ਜਿਹੜੀ ਕੈਪਟਨ ਸਾਹਿਬ ਕਹਿ ਰਹੇ ਆ, ਤਾਂ ਮਾਮਲੇ ਕਹਿੰਦੇ ਜੀ 32 ਮੌਤਾਂ ਹੋ ਗਈਆਂ, 2387 ਨਵੇਂ ਕੇਸ ਆ ਗਏ ਆ, ਤੇ ਪਰ ਨਾਲ ਇੱਕ ਹੋਰ ਵੀ ਗੱਲ ਹੋਈ ਆ ਵੀ ਆਪਣੇ ਸੁਖਬੀਰ ਬਾਦਲ ਜੀ ਨੂੰ ਕਰੋਨਾ ਹੋਇਆ ਸੀਗਾ, ਉਹ ਦਾਖਲ ਨਹੀਂ। ਕੋਈ ਅਪਡੇਟ ਹੈਗੀ ਉਹਨਾਂ ਦੀ? ਅਪਡੇਟ ਹੈਗੀ ਜੀ, 2-3 ਦਿਨ ਤੋਂ ਲੋ ਬਿਲਕੁਲ ਠੀਕ ਵੀ ਆ। ਕੈਪਟਨ ਸਾਹਿਬ ਨੇ ਬਕਾਇਦਾ ਉਹਨਾਂ ਨੂੰ ਫੋਨ ਕੀਤਾ, ਓਏ ਹੋਏ ਫੋਨ ਕਰਕੇ ਉਹਨਾਂ ਨੇ ਹਾਲ ਚਾਲ ਪੁੱਛਿਆ ਵੀ ਸੁਖਬੀਰ ਜੀ ਕੀ ਹਾਲ ਚਾਲ ਆ, ਜੇ ਸਾਡੀ ਮਦਦ ਦੀ ਲੋੜ ਆ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਜਿਹੋ ਜੀ ਵੀ ਚਾਹੋਗੇ। ਅੱਛਾ, ਇਹ ਵੀ ਗੱਲ ਕੀਤੀ ਆ। ਠੀਕ ਹੈ। ਤੇ ਨਾਲ ਹੀ ਉਹਨਾਂ ਨੇ ਸਾਰੇ ਜਿਹੜੇ ਕੈਬਨਿਟ ਦੇ ਆ ਉਹ ਲੋਕ ਜਿਹੜੇ ਬਿਮਾਰ ਪਏ ਆ ਉਹਨਾਂ ਦੇ ਬਾਰੇ ਵੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਕੈਪਟਨ ਸਾਹਿਬ ਨੇ। ਤਾਂ ਕਹਿ ਸਕਦੇ ਆ ਕਿ ਬਾਦਲ ਸਾਹਿਬ ਦੀ ਜਿਹੜੀ ਮਜਾਜ ਪੁਰਸੀ ਆਖਰ ਰਾਜਾ ਸਾਹਿਬ ਨੇ ਪੁੱਛ ਤਾਂ ਲਈ ਨਾ, ਤਾਂ ਵੱਡੇ ਬਾਦਲ ਸਾਹਿਬ ਵੀ ਥੋੜਾ ਜਿਹਾ ਦਿੱਲੀ ਨੂੰ ਅਪਣਾਏ ਹੋਏ ਆ ਤੇ ਛੋਟੇ ਬਾਦਲ ਸਾਹਿਬ ਪਏ ਆ। ਸੋ ਇਹ ਗੱਲ ਆ ਵੀ ਕਰੋਨਾ ਹੁਣ ਘੇਰਾ ਤਾਂ ਕੱਤੀ ਬੈਠੀ ਆ, ਤੇ ਇਸ ਮਾਮਲੇ ਤੇ ਕਹਿ ਸਕਦੇ ਹੈਗੇ ਕਿ ਚਲੋ ਜੇ ਪੁੱਛ ਲਿਆ ਤੇ ਕਿਸੇ ਮਾਮਲੇ ਵਿੱਚ ਪਿੱਠ ਥਾਪੜ ਤਾਂ ਦਿੱਤੀ ਨਾ। ਬਿਲਕੁਲ, ਤੇ ਆਮ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ। ਸਫਾਈ ਤਾਂ ਵੈਸੇ ਹੀ ਸਿੱਧਾ ਮੌਸਮ ਜਦੋਂ ਚੇਂਜ ਹੁੰਦਾ ਨਾ ਤੇ ਉਦੋਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ, ਖਾਸ ਤੌਰ ਤੇ ਜਦੋਂ ਅਸੀਂ ਸਰਦੀਆਂ ਚੋਂ ਨਿਕਲ ਕੇ ਗਰਮੀਆਂ ਵੱਲ ਨੂੰ ਜਾਂਦੇ ਹਾਂ। ਤਾਂ ਇਸ ਮੌਸਮ ਹੀ ਇਹੋ ਜਿਹਾ ਜਦੋਂ ਬੱਚਿਆਂ ਬੁੱਢਿਆਂ ਦਾ ਤੇ ਆਪਣਾ ਜਿਹੜਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਆ। ਸਿੱਧੂ ਸਾਹਿਬ, ਬੰਗਾਲ ਜਿਹੜਾ ਕਾਫੀ ਦਿਨਾਂ ਤੋਂ ਲੋਕਾਂ ਦੀਆਂ ਨਜ਼ਰਾਂ ਦਾ ਹਿੱਸਾ ਬਣਿਆ ਹੋਇਆ ਹੈ ਨਾ, ਕੇਂਦਰ ਕਹਿੰਦੇ ਆ ਬਣਿਆ ਹੋਇਆ, ਧੁਰਾ ਬਣਿਆ ਹੋਇਆ, ਉਹਦੇ ਵਿੱਚ ਨੰਦੀਗ੍ਰਾਮ ਜਿਹੜੀਆਂ ਬੰਗਾਲ ਦੀਆਂ ਪੂਰੀਆਂ ਚੋਣਾਂ ਹੀ ਕਹਿ ਸਕਦੇ ਹਾਂ ਕਿ ਕਾਫੀ ਚਰਚਾ ਦੇ ਵਿੱਚ ਆਈਆਂ ਹੋਈਆਂ। ਮਮਤਾ ਬੈਨਰਜੀ ਦੀਦੀ ਦਾ ਕਰਕੇ ਜਿਹੜਾ ਕਾਫੀ ਹਾਈਲਾਈਟ ਹੋਈਆਂ ਹੋਈਆਂ, ਤੇ ਇਸ ਵੇਲੇ ਇਹ ਜਿਹੜੀਆਂ ਚੋਣਾਂ ਹੈਗੀਆਂ ਹਿੰਸਕ ਜਿਹੜੀਆਂ ਮਾਹੌਲ ਦੇ ਵਿੱਚ ਤਬਦੀਲ ਹੁੰਦੀਆਂ ਨਜ਼ਰ ਆ ਰਹੀਆਂ। ਪਹਿਲਾਂ ਜਿਵੇਂ ਤੁਹਾਨੂੰ ਪਤਾ ਹੀ ਕਿ ਮਮਤਾ ਬੈਨਰਜੀ ਦੇ ਉੱਤੇ ਹਮਲਾ ਹੋਇਆ ਸੀ, ਹੁਣ ਭਾਜਪਾ ਵਾਲੇ ਕਹਿੰਦੇ ਵੀ ਸਾਡੇ ਤੇ ਹਮਲਾ ਹੋਇਆ, ਤੇ ਨੰਦੀਗ੍ਰਾਮ ਦੇ ਵਿੱਚ ਉਹਨਾਂ ਨੇ ਹੁਣ 2 ਜਿਹੜੇ ਭਾਜਪਾ ਦੇ, ਇੱਕ ਤਾਂ MP, ਇੱਕ ਜਿਹੜਾ ਵਰਕਰ ਹੈਗਾ, ਉਹਨੇ ਕਿਹਾ ਕਿ ਮੇਰੇ ਤੇ ਹਮਲਾ ਹੋਇਆ। ਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਸਿੱਧੂ ਸਾਹਿਬ ਕਿ CAPF ਦੀਆਂ 725 ਕੰਪਨੀਆਂ ਤਾਇਨਾਤ ਕੀਤੀਆਂ ਜਾ ਰਹੀਆਂ। ਹਮਲੇ ਕਿਹੜੇ ਲੋਕਾਂ ਦੇ ਹੋ ਗਏ?
ਰਮਨ ਇੱਥੇ ਇੱਕ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਬੰਗਾਲ ਦੀ ਜਿਹੜੀ ਸਿਆਸਤ ਹੈ, ਪੱਛਮੀ ਬੰਗਾਲ ਦੀ ਜਿਹੜੀ ਸਿਆਸਤ ਹੈ ਨਾ, ਉਹਦੇ ਵਿੱਚ ਜੇ ਅੱਜ ਆਪਾਂ ਕੋਈ ਹਿੰਸਾ ਦੀ ਗੱਲ ਸਾਹਮਣੇ ਆਉਂਦੀ ਨਾ ਤੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਕਿਉਂਕਿ ਕੁਦਰਤੀ ਆਪਾਂ ਕਹਿੰਦੇ ਕਿਸੇ ਚੀਜ਼ ਦੀ ਗੁੜਤੀ ਮਿਲੀ ਹੁੰਦੀ ਕਈ ਵਾਰੀ, ਤਾਂ ਉਹ ਗੁੜਤੀ ਹੀ ਪੱਛਮੀ ਬੰਗਾਲ ਨੂੰ ਅਜਿਹੀ ਮਿਲੀ ਹੋਈ ਹੈ ਕਿ ਜੇ ਅੱਜ ਤੋਂ ਅਸੀਂ 30-40 ਸਾਲ ਪਹਿਲਾਂ ਦੇ ਬੰਨੀ ਧਿਆਨ ਮਾਰੀਏ, ਜਿਵੇਂ 90 ਦੇ ਵਿੱਚ ਮਮਤਾ ਤੇ ਹਮਲਾ ਹੁੰਦਾ, ਉਦੋਂ ਉਹਦਾ ਸਿਰ ਥੋੜੇ ਨਾਲ ਜਿਹੜਾ ਹੈਗਾ ਉਹ ਪਾੜ ਦਿੱਤਾ ਜਾਂਦਾ, ਮਮਤਾ ਦਾਖਲ ਹੁੰਦੀ ਹੈ ਜਦੋਂ ਕਿ ਉਹ ਉਸ ਸਮੇਂ ਬਿਲਕੁਲ ਹਜੇ ਨਵੀਂ ਰਾਜਨੀਤੀ ਵਿੱਚ ਆਈ ਸੀ। ਉਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਪਹਿਲਾਂ ਦੇ ਜਿਹੜੇ 2 ਦਹਾਕਿਆਂ ਦੀ ਗੱਲ ਕਰ ਲਈਏ ਤਾਂ ਉਸ ਟਾਈਮ ਫਿਰ 2 ਵੱਡੇ ਲੋਕਾਂ ਦਾ ਕਤਲ ਹੁੰਦਾ ਰਾਜਨੀਤੀ ਵਿੱਚ। ਇਸ ਤੋਂ ਇਲਾਵਾ ਫਿਰ ਇੱਕ ਗੱਲ ਹੁੰਦੀ ਆ, ਮੈਨੂੰ ਇੱਥੇ ਜੋਤੀ ਬਾਸੂ ਜੀ ਯਾਦ ਹੁੰਦੇ ਆ। ਜੋਤੀ ਬਾਸੂ ਜੀ ਨੇ ਇੱਕ ਵਾਰੀ ਉੱਥੋਂ ਦੀ ਵਿਧਾਨ ਸਭਾ ਵਿੱਚ ਇੱਕ ਗੱਲ ਕੀਤੀ ਸੀ, ਕਹਿੰਦੇ ਸੀ ਮੈਨੂੰ ਇਸ ਦੇਸ਼ ਦੇ ਵਿੱਚ ਸਭ ਤੋਂ ਵੱਡੀ ਹੈਰਾਨੀ ਆਉਂਦੀ ਆ ਕਿ ਸਿਰਫ ਤੇ ਸਿਰਫ ਜਦੋਂ ਇਲੈਕਸ਼ਨ ਆਉਂਦੇ, ਇਲੈਕਸ਼ਨਾਂ ਦੇ ਵਿੱਚ ਹੀ ਕਿੰਨੇ ਲੋਕ ਜਿਹੜੇ ਆ ਉਹਨਾਂ ਦੀ ਮੌਤ ਹੋ ਜਾਂਦੀ ਆ, ਭੇਟ ਚੜ ਜਾਂਦੇ ਆ। ਇੱਥੇ ਰਾਜੀਵ ਗਾਂਧੀ ਨੂੰ ਇੱਕ ਗੱਲ ਕਹਿਣੀ ਪਈ ਸੀ, ਰਾਜੀਵ ਗਾਂਧੀ ਨੂੰ ਇਹ ਗੱਲ ਕਹਿਣੀ ਪਈ ਸੀ ਕਿ ਜਿਹੜੇ ਕਾਮਰੇਡ ਆ ਉਹਨਾਂ ਦੇ ਬਾਰੇ ਗੱਲ ਕੀਤੀ ਕਿ ਕਾਮਰੇਡਾਂ ਦੇ ਪੱਛਮੀ ਬੰਗਾਲ ਦੇ ਵਿੱਚ ਤਾਂ ਹੁਣ ਜਾਣ ਤੋਂ ਡਰ ਲੱਗਦਾ ਹੈ। ਅੱਛਾ, ਇਹ ਉਹਨਾਂ ਨੇ ਗੱਲ ਰਾਜੀਵ ਗਾਂਧੀ ਹੋਰਾਂ ਨੇ ਕਹੀ ਸੀ ਜਦੋਂ ਉਹ ਪ੍ਰਧਾਨ ਮੰਤਰੀ ਸੀ ਦੇਸ਼ ਦੇ। ਤਾਂ ਇਸ ਤੋਂ ਬਾਅਦ ਜਦੋਂ ਅਸੀਂ ਦੇਖਦੇ ਹਾਂ ਜੋਤੀ ਬਾਸੂ ਦੀ ਸਰਕਾਰ ਤੋਂ ਬਾਅਦ ਮਮਤਾ ਸਰਕਾਰ ਆਉਂਦੀ ਹੈ, ਮਮਤਾ ਸਰਕਾਰ ਦਾ ਇਹ ਕਾਰਜਕਾਲ ਹੈ, ਇਹਦੇ ਵਿੱਚ ਲਗਾਤਾਰ ਜਦੋਂ ਵੀ ਵਿਧਾਨ ਸਭਾ ਦੀ ਚੋਣਾਂ ਆਉਂਦੀਆਂ ਉਦੋਂ ਇਹ ਰੌਲੇ ਰੱਪੇ ਪੈਂਦੇ ਆ ਔਰ ਹਰ ਵਾਰੀ ਹਿੰਸਾ ਦਾ ਰੂਪ ਧਾਰਨ ਕਰਦੇ ਔਰ ਖੂਨੀ ਹਿੰਸਾ ਜਿਹੜੀ ਆ ਬੰਗਾਲ ਦਾ ਇੱਕ ਵਿਸ਼ੇਸ਼ਤਾ ਹੀ ਬਣ ਚੁੱਕੀ ਹੈ। ਔਰ ਇਸ ਵਿਸ਼ੇਸ਼ਤਾ ਨਾਲ ਗੱਲ ਕੀਤੀ ਜਾਵੇ ਕਿ ਹੁਣ ਸ਼ੁਭੇਂਦੂ ਅਧਿਕਾਰੀ ਦਾ ਜਿਹੜਾ ਸੀਗਾ ਉਹ ਪਦ ਯਾਤਰਾ ਕਰ ਰਹੇ ਸੀਗੇ, ਆਪਣਾ ਪ੍ਰਚਾਰ ਕਰ ਰਹੇ ਸੀ ਔਰ ਪ੍ਰਚਾਰ ਦੇ ਉੱਤੇ ਹਮਲਾ ਹੁੰਦਾ ਹੈ ਤੇ ਉਹਦਾ ਜਿਹੜਾ ਇਲਜ਼ਾਮ ਹੈ ਉਹ ਟੀਐਮਸੀ ਤੇ ਸਿੱਧਾ ਲਾਇਆ ਜਾ ਰਿਹਾ ਕਿ ਟੀਐਮਸੀ ਵੱਲੋਂ ਕਰਵਾਇਆ ਜਾ ਰਿਹਾ, ਕਿਉਂਕਿ ਸੱਤਾਧਾਰੀ ਧਿਰ ਦੇ ਉੱਤੇ ਟੀਐਮਸੀ ਨੇ ਪਹਿਲਾਂ ਭਾਜਪਾ ਤੇ ਲਾਇਆ ਸੀ, ਪਹਿਲਾਂ ਭਾਜਪਾ ਤੇ ਲਾਇਆ ਸੀਗਾ ਨਾ, ਤੇ ਹੁਣ ਟੀਐਮਸੀ ਤੇ ਲਾਇਆ। ਔਰ ਨਾਲ ਹੀ ਉਹਨਾਂ ਗੱਲ ਕੀਤੀ ਇਸ ਤੋਂ ਪਹਿਲਾਂ ਜਿਹੜੇ ਸੀ ਐਮਪੀ ਅਰਜਨ ਸਿੰਘ ਦਾ ਉਹਨਾਂ ਤੇ ਬੰਬ ਨਾਲ ਹਮਲਾ ਕੀਤਾ ਗਿਆ ਸੀਗਾ, ਉਹਦੀ ਗੱਲ ਵੀ ਸਾਹਮਣੇ ਆਈ ਸੀ। ਤਾਂ ਕੁੱਲ ਮਿਲਾ ਕੇ ਜਿਹੜੀ ਪੱਛਮੀ ਬੰਗਾਲ ਦੀ ਜਿਹੜੀਆਂ ਇਹ ਚੋਣਾਂ ਆ ਇਹ ਬਿਨਾਂ ਹਿੰਸਾ ਤੋਂ ਤਾਂ ਨਾ ਪਹਿਲਾਂ ਨਿਭੀਆਂ ਨਾ ਨਿਬੜ ਗਈਆਂ, ਇਹ ਚੀਜ਼ਾਂ ਚਰਚੇ ਹੁੰਦੇ ਰਹਿੰਦੇ। ਉਸ ਤੋਂ ਬਾਅਦ ਜਾ ਕੇ ਕੁਝ ਜੋ ਆ ਸਰਕਾਰ ਬਣਦੀ ਆ ਨਿਕਲ ਕੇ ਆਉਂਦੀ ਆ, ਇਹ ਤਾਂ ਹੁਣ ਸਮਾਂ ਹੀ ਦੱਸੂਗਾ ਕਿ ਕਿਹੜੀ ਸਰਕਾਰ ਹੁਣ ਆਗਾਮੀ ਜਿਹੜੀ ਆ ਰਹੀ ਹੈ। ਅੱਗੇ ਆ ਜਾਂਦੇ ਆ ਸਿੱਧੂ ਸਾਹਿਬ, ਇਹ ਜਿਹੜੀਆਂ ਖਬਰਾਂ ਨਾ ਐਂ ਲੱਗਦਾ ਹੁੰਦਾ ਵੀ ਇਹ ਆਉਣੀਆਂ ਹੀ ਨਹੀਂ ਚਾਹੀਦੀਆਂ, ਇਹ ਬਿਲਕੁਲ ਖਤਮ ਹੋ ਜਾਣੀਆਂ ਚਾਹੀਦੀਆਂ। ਪਰ ਜਦੋਂ ਇਹ ਭਾਰਤ ਨੂੰ ਮਤਲਬ ਤਰੱਕੀ ਦੀ ਰਾਹ ਤੇ ਲੈ ਗਏ, ਅਸੀਂ ਆਹ ਕਰਤਾ ਸੀ ਉਹ ਕਰਤਾ, ਤੇ ਜਦੋਂ ਅਸੀਂ ਆਪਦੇ ਹੀ ਮੰਤਰੀ ਸੰਤਰੀ ਜਿਹੜੇ ਇਹੋ ਜਿਹੇ ਬਿਠਾਏ ਹੁੰਦੇ ਜਿਹੜੇ ਖੁਦ ਹੀ ਬਲਾਤਕਾਰਾਂ ਦੇ ਜ਼ਬਰ ਜਨਾਹ ਦੇ ਕੇਸਾਂ ਦੇ ਵਿੱਚ ਫਸੇ ਹੁੰਦੇ ਤੇ ਇਹੋ ਜਿਹੀਆਂ ਖਬਰਾਂ ਆਉਣੀਆਂ ਲਾਜ਼ਮ ਆ। ਤੇ ਸਭ ਤੋਂ ਜਿਹੜੀ ਵੱਡਾ ਕੁਐਸਚਨ ਮਾਰਕ ਖੜਾ ਹੁੰਦਾ ਨਿਆਂ ਪ੍ਰਣਾਲੀ ਦੇ ਉੱਤੇ, ਜਦੋਂ ਉਹਦੇ ਵਿੱਚੋਂ ਅਜੀਬੋ-ਗਰੀਬ ਚੀਜ਼ਾਂ ਨਿਕਲਦੀਆਂ ਸਿੱਧੂ ਸਾਹਿਬ ਬੇਹੱਦ ਮਨ ਪਰੇਸ਼ਾਨ ਹੋ ਜਾਂਦਾ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਦੇ ਹਾਈ ਕੋਰਟ ਦਾ ਫੈਸਲਾ ਇੱਕ ਪਲਟ ਦਿੱਤਾ। ਉਹ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦੀ ਆ ਕਿਹੜਾ ਫੈਸਲਾ ਸੀ, ਕਿਉਂ ਪਲਟ ਦਿੱਤਾ ਗਿਆ, ਤੇ ਬਿਨਾਂ ਸ਼ੱਕ ਜਿਹੜੀ ਇਹ ਖਬਰ ਹੈਗੀ ਆ ਜ਼ਬਰ ਜਨਾਹ ਨਾਲ ਸੰਬੰਧਿਤ ਇੱਕ ਬੇਹੁਦਾ ਟਿੱਪਣੀ ਦੇ ਉੱਤੇ ਆ। ਮਤਲਬ ਬੜਾ ਗੰਭੀਰ ਮੁੱਦਾ ਰਮਨ, ਇਹਦੇ ਬਾਰੇ ਜਿਹੜਾ ਨਾ ਕਿੰਤੂ ਕਰਨਾ ਆ ਉਹ ਵਾਕਈ ਹਰੇਕ ਦੇ ਮਨ ਦੇ ਵਿੱਚ ਆਉਂਦਾ ਹੈਗਾ ਕਿ ਕਈ ਵਾਰੀ ਨਿਆਂ ਕਰਨ ਵਾਲੇ ਲੋਕ ਅਜਿਹੇ ਫੈਸਲੇ ਲੈ ਲੈਂਦੇ ਆ, ਉਹਨਾਂ ਫੈਸਲਿਆਂ ਨੂੰ ਜਦੋਂ ਦੇਖੀਦਾ ਨਾ ਤਾਂ ਬੜੀ ਹੈਰਾਨੀ ਹੁੰਦੀ ਹੈ ਕਿ ਇਹ ਫੈਸਲਾ ਲਿਆ ਕਿੱਦਾਂ ਹੈ। ਉਜੈਨ ਦਾ ਮਾਮਲਾ ਸੀਗਾ, ਇੱਕ ਮੁੰਡੇ ਦੇ ਉੱਤੇ ਬਲਾਤਕਾਰ ਦਾ ਦੋਸ਼ ਹੈ, ਉਹ ਜੇਲ੍ਹ ਕੱਟ ਰਿਹਾ ਹੈਗਾ, ਅੰਦੌਰ ਦੀ ਅਦਾਲਤ ਵਿੱਚ ਉਹ ਪਟੀਸ਼ਨ ਪਾਉਂਦਾ ਹੈ। ਤਾਂ ਪਟੀਸ਼ਨ ਪਾਉਣ ਤੋਂ ਬਾਅਦ ਅਦਾਲਤ ਕੀ ਫੈਸਲਾ ਕਰਦੀ ਆ, ਮੈਨੂੰ ਉਹਨੂੰ ਸੁਣਾਉਣ ਲੱਗਿਆ ਵੀ ਉਹ ਸ਼ਰਮ ਆਉਂਦੀ ਹੈ ਵੀ ਇਹੋ ਜਿਹਾ ਬੇਹੂਦਾ ਫੈਸਲਾ ਕਿ ਦੇਖੋ ਇੱਕ ਇਹੋ ਜਿਹੇ ਸਮਾਜ ਦੇ ਵਿੱਚ ਇੱਕ ਔਰਤ ਨਾਲ ਇੱਕ ਬੇਹੁਰਮਤੀ ਕੀਤੀ ਜਾਂਦੀ ਆ, ਬੇਹੁਰਮਤੀ ਤੋਂ ਬਾਅਦ ਬੇਹੁਰਮਤੀ ਕਰਨ ਵਾਲੇ ਨੂੰ ਔਰਤ ਕਿਵੇਂ ਭਰਾ ਮੰਨ ਲੂਗੀ। ਅਦਾਲਤ ਕੀ ਫੈਸਲਾ ਕਰਦੀ ਪਈ ਆ, ਅਦਾਲਤ ਕਹਿੰਦੀ ਆ ਕਿ ਰੱਖੜੀ ਬੰਨ੍ਹ ਕੇ ਉਹਨੂੰ ਭਰਾ ਜਿਹੜਾ ਹੈ ਇਹ ਭਾਵੇਂ ਜ਼ਮਾਨਤ ਦੇਣ ਤੋਂ ਪਹਿਲਾਂ ਸ਼ਰਤ ਰੱਖੀ ਗਈ ਸੀ, ਸ਼ਰਤ ਰੱਖੀ ਗਈ ਸੀ ਕਿ ਜ਼ਮਾਨਤ ਤਾਂ ਹੀ ਦਿੱਤੀ ਜਾਊਗੀ, ਜ਼ਮਾਨਤ ਦੇਣ ਤੋਂ ਪਹਿਲਾਂ ਸ਼ਰਤ ਇਹੀ ਰੱਖੀ ਸੀ। ਔਰ ਮੈਂ ਹੈਰਾਨ ਉੱਥੋਂ ਦੀ ਕੋਰਟ ਦਾ, ਇੰਦੌਰ ਦੀ ਜਿਹੜੀ ਕੋਰਟ ਆ ਜਿੱਥੇ ਇਹ ਫੈਸਲਾ ਸੁਣਾਇਆ ਗਿਆ ਕਿ ਉਹਨਾਂ ਨੇ ਕਿਹਾ ਕਿ ਰੱਖੜੀ ਜਿਹੜੀ ਹੈ ਉਹ ਬਣਾਵੇ ਜਾ ਕੇ ਉਸ ਲੜਕੀ ਕੋਲੋਂ ਔਰ ਉਸੇ ਤਰ੍ਹਾਂ ਰੱਖਿਆ ਦਾ ਵਚਨ ਵੀ ਦੇਵੇ। ਲਾਹਨਤ ਇਸ ਤੋਂ ਵੱਡੀ ਕੀ ਹੋ ਸਕਦੀ, ਰੱਖਿਆ ਦਾ ਵਚਨ, ਇਹਦਾ ਮਤਲਬ ਹਾਲੇ ਵੀ ਰੱਖਿਆ ਦਾ ਵਚਨ। ਪਹਿਲਾਂ ਤੁਸੀਂ ਛੇੜਖਾਨੀ ਕਰ ਲਓ, ਕਿਸੇ ਦੇ ਨਾਲ ਧੱਕਾ ਕਰ ਲਓ, ਉਸ ਤੋਂ ਬਾਅਦ ਬਚਨ ਦਾ ਸੌਖਾ ਤਰੀਕਾ ਵੀ ਤੁਸੀਂ ਰੱਖੜੀ ਬਣਾ ਕੇ ਉਹਨੂੰ ਰੱਖਿਆ ਦਾ ਵਚਨ ਦਿਓ। ਹੁਣ ਇਹ ਕੀਤਾ ਗਿਆ ਕਿ ਨਾਲੇ ਤਾਂ ਉਹ ਜਾ ਕੇ ਉਸ ਲੜਕੀ ਦੇ ਕੋਲੇ 11,000 ਰੁਪਈਆ ਜਿਹੜਾ ਸ਼ਗਨ ਵੀ ਦੇ ਕੇ ਆਵੇ ਰੱਖੜੀ ਦਾ, ਫਿਰ ਉਸ ਲੜਕੀ ਦਾ ਜਿਹੜਾ ਬੇਟਾ ਆ ਉਹਦੇ ਵਾਸਤੇ ਕੱਪੜਿਆਂ ਤੇ ਮਠਿਆਈ ਦੇ ਲਈ 5,000 ਰੁਪਈਆ ਵੀ ਦੇ ਕੇ ਆਵੇ। ਦੇਖੋ ਤਾਂ ਕਿਸ ਤਰੀਕੇ ਦੀ ਜਿਹੜੀ ਮਤਲਬ ਇਸ ਅਜਿਹੀ ਵਿਡੰਬਣਾ, ਅਜਿਹਾ ਫੈਸਲਾ ਆ ਜਿਹੜਾ ਇੰਨਾ ਕੁ ਘਟੀਆ, ਹੈਰਾਨੀ ਆਉਂਦੀ ਹੈ ਰਮਨ ਕਿ ਇਹੋ ਜਿਹੇ ਲੋਕ ਨਿਆਂ ਦੇ ਅਹੁਦਿਆਂ ਉੱਤੇ ਬਿਠਾ ਕਿਵੇਂ ਦਿੱਤੇ ਆ, ਕਿਹੜੇ ਟੈਸਟ ਪਾਸ ਕੀਤੇ ਆ, ਇਹ ਨਿਆਂ ਦੇ ਅਹੁਦਿਆਂ ਉੱਤੇ ਬੈਠੇ ਆ, ਫਿਰ ਇਹੋ ਜਿਹੇ ਮਤਲਬ ਬੇਥਵੇ ਬੇਤੁੱਕੇ ਤੇ ਹਾਸੋਹੀਣੇ ਫੈਸਲੇ ਕਰਦੇ। ਲਾਸਟ ਪੁਆਇੰਟ ਵੀ ਉਹਦਾ ਇੱਕ ਸੀ ਨਾ
ਕਿ ਲਾਸਟ ਪੁਆਇੰਟ ਇਹ ਸੀਗਾ ਕਿ ਉਹ ਜਿਹੜੀ ਆ ਰੱਖੜੀ ਬੰਨਦੇ ਹੋਇਆਂ ਦੀ ਫੋਟੋ ਜਿਹੜੀ ਆ ਉਹ ਜ਼ਰੂਰ ਜਿਹੜੀ ਆ ਰਜਿਸਟਰੀ ਕਰੇ ਜੀ। ਤਾਂ ਇਹ ਇੱਕ ਸਭ ਤੋਂ ਵੱਡਾ ਜਿਹੜਾ ਮਾੜਾ ਅਜਿਹਾ ਫੈਸਲਾ ਜਿਹੜਾ ਕਹਿ ਸਕਦੇ ਹਾਂ ਕਿ ਪੂਰੇ ਦੇਸ਼ ਤੇ ਖਾਸ ਤੌਰ ਤੇ ਔਰਤਾਂ ਦੇ ਮਾਮਲੇ 'ਚ ਅਗਰ ਮੈਂ ਗੱਲ ਕਰਾਂ ਨਾ, ਔਰਤਾਂ ਦੀ ਇਸ ਤੋਂ ਵੱਡੀ ਬੇਇੱਜ਼ਤੀ ਕੁਛ ਨਹੀਂ ਹੋ ਸਕਦੀ। ਇੱਕ ਆਮ ਜਿਹੇ ਬੰਦੇ ਨੂੰ ਵੀ ਅਗਰ ਆਪਾਂ ਕਹੀਏ ਨਾ ਵੀ ਆਹ ਇੱਕ ਮਸਲਾ ਬਣਿਆ ਸੀਗਾ ਤਾਂ ਉਹ ਇਸ ਦਾ ਫੈਸਲਾ ਤੂੰ ਦੇ, ਤੇ ਮੇਰਾ ਖਿਆਲ ਵੀ ਉਸ ਜੱਜ ਸਾਹਿਬਾਨ ਨੂੰ ਬਹੁਤ ਮਹਾਨ, ਮੈਂ ਤਾਂ ਲੱਗਦਾ ਮੈਨੂੰ ਸਲੂਟ ਮਾਰਨਾ ਚਾਹੀਦਾ ਹੈ। ਨਾਰੀਵਾਦੀ ਜਦੋਂ ਵੀ ਕੋਈ ਗੱਲ ਹੁੰਦੀ ਆ ਨਾ ਤੇ ਚਿੜ ਬਹੁਤ ਮੱਚਦੀ ਆ ਲੋਕਾਂ ਨੂੰ ਕਿ ਇਹ ਐਦਾਂ ਕਿਵੇਂ, ਔਰਤਾਂ ਕਿਵੇਂ ਆਪਦੇ ਹੱਕ ਦੇ ਲਈ। ਤੇ ਪਿੱਤਰ ਸਤਾਤਮਕ ਸੋਚ ਦੀ ਜਿਹੜੀ ਆ ਇੱਥੋਂ ਹੀ ਪਤਾ ਲੱਗਦਾ ਕਿ ਜੇ ਸਾਡੇ ਨਿਆਂ ਪ੍ਰਣਾਲੀ ਦੇ ਵਿੱਚ ਨਿਆਂ ਦੇਣ ਵਾਲੇ ਲੋਕ ਇਸ ਤਰ੍ਹਾਂ ਦੀ ਸੋਚਦੇ ਆ ਵੀ ਕੋਈ ਭਾਈ ਤੁਹਾਡੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰਦਾ, ਉਹ ਇੱਕ ਸਹਿਮ, ਉਹ ਜਿਹੜਾ ਇੱਕ ਦਰਦ ਦੇ ਵਿੱਚੋਂ ਔਰਤ ਨਿਕਲਦੀ, ਉਸ ਤੋਂ ਬਾਅਦ ਉਹੀ ਬੰਦਾ ਆ ਕੇ ਤੁਹਾਡੀ ਰੱਖੜੀ ਬੰਨ੍ਹ ਦਿੰਦਾ, ਫੋਟੋ ਖਿਚਾ ਲੈਂਦਾ, ਤੁਹਾਡੇ ਪਰਿਵਾਰ ਨੂੰ ਤੋਹਫੇ ਦੇ ਦਿੰਦਾ, 5000 ਦਾ ਨਾਮ ਦੇ ਦਿੰਦਾ। ਇਹ ਕੀ ਨੌਨਸੈਂਸ ਆ। ਇਹ ਸੋਚ ਕੇ ਵੀ ਮਤਲਬ ਸਿੱਧੂ ਸਾਹਿਬ ਬੇਹੱਦ ਗੁੱਸਾ ਆ ਰਿਹਾ ਇਸ ਵੇਲੇ ਇਹ ਚੀਜ਼ਾਂ ਸੋਚ ਕੇ ਵੀ ਕਿ ਕਿਹਦੇ ਕੋਲੇ ਜਾਣਗੇ। ਕਹਿੰਦੇ ਤੁਹਾਡੇ ਨਾਲ ਕੋਈ ਗੜਬੜ ਹੁੰਦੀ ਆ ਤੁਸੀਂ ਜਾ ਕੇ ਪੁਲਿਸ ਨੂੰ ਦੱਸੋ, ਪੁਲਿਸ ਨਹੀਂ ਸੁਣਦੀ, ਤੁਸੀਂ ਕੋਰਟ 'ਚ ਜਾਓ ਤੇ ਕੋਰਟ ਦੇ ਵਿੱਚੋਂ ਜਾ ਕੇ ਵੀ ਜੇ ਇਹੋ ਜਿਹੇ ਫੈਸਲੇ ਆਉਣੇ ਆ ਤੇ ਬਿਹਤਰ ਨਹੀਂ ਹੈ ਕਿ ਕੁਝ ਆਪਣੇ ਪੱਧਰ ਤੇ ਕਰ ਲਿਆ ਜਾਵੇ। ਹਾਲਾਂਕਿ ਇਸ ਮੰਚ ਤੋਂ ਬੈਠ ਕੇ ਇਸ ਤਰੀਕੇ ਦੇ ਨਾਲ ਗੱਲ ਕਹਿਣੀ ਔਖੀ ਲੱਗਦੀ ਆ, ਪਰ ਜੇ ਨਿਆਂ ਪ੍ਰਣਾਲੀ ਤੋਂ ਇਹੋ ਜਿਹੇ ਫੈਸਲੇ ਆਉਂਦੇ ਆ, ਆਪਦੇ ਪੱਧਰ ਤੇ ਸੋਚ ਕੇ ਦੇਖੀਏ ਕਿ ਸਾਡੇ ਕਿਸੇ ਆਪਣੇ ਨਾਲ ਇਦਾਂ ਦਾ ਹੁੰਦਾ ਕੀ ਤੁਸੀਂ ਉਸ ਗਿਰੇ ਹੋਏ ਇਨਸਾਨ ਨੂੰ, ਕੀ ਉਸ ਘਟੀਆ ਬੰਦੇ ਨੂੰ ਭਰਾ ਕਹਿ ਲੋਗੇ? ਔਰ ਫਿਰ ਜ਼ਮਾਨਤ ਦਿੱਤੀ ਜਾ ਰਹੀ, ਵੇਖੋ ਹੈਰਾਨੀ ਦੀ ਗੱਲ ਵੇਖੋ ਕੀ ਆ। ਔਰ ਸੁਪਰੀਮ ਕੋਰਟ ਦੇ ਮੇਰੇ ਖਿਆਲ 'ਚ ਸ਼ਾਇਦ ਧਿਆਨ 'ਚ ਨਾ ਆਉਂਦਾ ਤੇ ਅਸੀਂ ਦਰਸ਼ਕਾਂ ਨਾਲ ਸ਼ਾਇਦ ਇਹ ਗੱਲ ਨਾ ਕਰਦੇ। ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਰੱਦ ਕੀਤਾ ਔਰ ਵਾਕਈ ਇਸ ਤਰ੍ਹਾਂ ਮਤਲਬ ਬਹੁਤ ਘਟੀਆ ਜਿਹਾ ਫੈਸਲਾ, ਮੈਨੂੰ ਤਾਂ ਸ਼ਬਦ ਨਹੀਂ ਆਉਣਦੇ ਵੀ ਇਸ ਘਟੀਆ ਫੈਸਲੇ ਬਾਰੇ ਇਹੋ ਜਿਹੇ ਜੱਜ ਨੂੰ ਕਿਹਾ ਕੀ ਜਾਵੇ। ਬਿਲਕੁਲ ਤੇ ਇਹ ਜਿਹੜੀਆਂ ਚੀਜ਼ਾਂ ਦੇ ਉੱਤੇ ਸ਼ੁਕਰੀਆ ਸੁਪਰੀਮ ਕੋਰਟ ਦਾ ਜੇ ਉਹਨਾਂ ਦਾ ਧਿਆਨ ਗਿਆ ਤੇ ਹਾਈ ਕੋਰਟ ਦੇ ਫੈਸਲੇ ਜਿਹੜੇ ਇਸ ਤਰੀਕੇ ਦੇ ਰੱਦ ਕਰਨ ਦੀ। ਤੇ ਇਹ ਸੁਪਰੀਮ ਕੋਰਟ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਇਹ ਇੱਕੋ ਹੀ ਮਾਮਲਾ ਨਹੀਂ, ਇਦਾਂ ਦੇ ਜੇ ਤੁਸੀਂ ਘੋਖੋਗੇ, ਜੇ ਤੁਸੀਂ ਮਾੜੀ ਮੋਟੀ ਪੜਤਾਲ ਕਰਾਓਗੇ ਤੇ ਹਜ਼ਾਰਾਂ ਹੀ ਜਿਹੜੇ ਮਾਮਲੇ ਨਿਕਲ ਆਉਣਗੇ ਜਿਹੜੇ ਜਿਹੜੇ ਪਿੰਡਾਂ ਪੱਧਰ ਦੇ ਉੱਤੇ ਵੀ ਸਿੱਧੂ ਸਾਹਿਬ ਬਹੁਤ ਤਰ੍ਹਾਂ ਦੇ ਫੈਸਲੇ ਹੁੰਦੇ ਆ ਜਾਂ ਖਾਪ ਪੰਚਾਇਤਾਂ ਦੇ ਵੱਲੋਂ ਜਾਂ ਬਹੁਤ ਤਰ੍ਹਾਂ ਦੇ ਮਸਲੇ ਜਿਹੜੇ ਆ, ਤੁਸੀਂ ਕਿਤੇ ਧਿਆਨ ਲਾਓ ਤੇ ਬਹੁਤ ਸਾਰੀਆਂ ਚੀਜ਼ਾਂ ਉੱਠੇ ਹੁੰਦੀਆਂ ਬੇਧਿਆਨ ਨਹੀਂ ਤੁਹਾਡੇ ਧਿਆਨ ਦੇ ਵਿੱਚ ਨਾ। ਅਗਲੀ ਜਿਹੜੀ ਆ ਹਰਿਆਣਾ ਸਰਕਾਰ ਦੀ ਖਬਰ ਹੈਗੀ ਆ ਸਿੱਧੂ ਸਾਹਿਬ, ਬਿੱਲਾਂ ਦਾ ਮੌਸਮ ਕਹਿੰਦੇ ਤੇ ਬਿੱਲ ਪਾਸ ਹੋ ਰਹੇ ਆ ਲਗਾਤਾਰ। ਤੇ ਹੁਣ ਕਹਿੰਦੇ ਹਰਿਆਣਾ ਵਿਧਾਨ ਸਭਾ ਨੇ ਜਾਇਦਾਦ ਨੁਕਸਾਨ ਵਸੂਲੀ ਬਿੱਲ 2021 ਪਾਸ ਕਰ ਦਿੱਤਾ। ਉਹ ਕੀ ਆ ਮੈਂ ਤੁਹਾਡੇ ਤੋਂ ਪੁੱਛਦੀ ਹਾਂ। ਉਹਦੇ ਨਾਲ ਹੀ ਕਹਿੰਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਨਾਲ ਦੀ ਨਾਲ ਸਫਾਈ ਦੇ ਦਿੱਤੀ ਵੀ ਇਹ ਕਿਸਾਨ ਅੰਦੋਲਨ ਦੇ ਨਾਲ ਇਹਦਾ ਕੋਈ ਇਲਾਕਾ ਦੇਖਾ ਨਹੀਂ ਆ, ਇਹ ਤਾਂ ਅਸੀਂ ਪਹਿਲਾਂ ਹੀ ਕਰ ਰਹੇ ਸੀ। ਤੇ ਨਾਲ ਦੀ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਹੁੱਡਾ ਸਾਹਿਬ ਕਹਿੰਦੇ ਵੀ ਇਹ ਤਾਂ ਜੀ ਬਿੱਲ ਹੀ ਜਿਹੜੇ ਹੈਗੇ ਲੋਕਤੰਤਰ ਦਾ ਗਲਾ ਘੁੱਟਣ ਵਾਲੇ ਇੱਕ ਇਹੋ ਜਿਹੇ ਬਿੱਲ ਪਾਸ ਕਰ ਦਿੱਤੇ ਕਿ ਜਿਹਦੇ ਤੇ ਇੰਨਾ ਕਿੰਤੂ ਪ੍ਰੰਤੂ ਹੋ ਗਿਆ। ਵੇਖੋ ਪਹਿਲਾਂ ਤਾਂ ਦੇਖੋ ਨਾ ਭੁਪਿੰਦਰ ਹੁੱਡਾ ਸਾਹਿਬ ਨੇ ਲਿਆਂਦੀ ਸੀ ਇਹ ਗੱਲ ਵੀ ਸਰਕਾਰ ਨੂੰ ਡਿੱਗਿਆ ਜਾਵੇ ਕਿਸੇ ਤਰੀਕੇ ਨਾਲ, ਕੋਸ਼ਿਸ਼ਾਂ ਕੀਤੀ ਜਾਣ, ਵੋਟਿੰਗ ਕਰਵਾਈ ਜਾਵੇ। ਕਿਸਾਨ ਆਗੂਆਂ ਨੇ ਬੇਭਰੋਸਗੀ ਦਾ ਜਿਹੜਾ ਵੋਟ ਸੀਗਾ ਪਰ ਉਹਦੇ ਵਿੱਚ ਖੱਟਰ ਸਰਕਾਰ ਜਿਹੜੀ ਆ ਉਹ ਨਿੱਤਰ ਗਈ ਆ। 55 ਸੀਟਾਂ ਲੈ ਕੇ 55 ਵਿਧਾਇਕਾਂ ਦੀ ਜਿਹੜੀ ਵੋਟ ਆ ਉਹਨਾਂ ਦੇ ਹੱਕ ਵਿੱਚ ਕਹਿ ਸਕਦੇ ਸੌਖਾ ਸੀ ਉਹਨਾਂ ਲਈ, ਸੌਖਾ ਸੀਗਾ। ਹੁਣ ਗੱਲ ਉਸ ਤੋਂ ਬਾਅਦ ਆਉਂਦੀ ਪਈ ਆ ਵੀ ਜਿਹੜਾ ਆ ਚੀਜ਼ ਜਿਹੜੀ ਨਾ ਪ੍ਰਾਪਰਟੀ ਦੇ ਬਾਰੇ ਗੱਲ ਕੀਤੀ ਆ ਕਿ ਜਿਹੜੇ ਜਿੰਨੀ ਵੀ ਪ੍ਰਾਪਰਟੀ ਆ, ਸੰਪत्ति ਆ, ਰਾਸ਼ਟਰੀ ਸੰਪत्ति ਆ, ਅਗਰ ਉਹਦਾ ਨੁਕਸਾਨ ਕੋਈ ਕਰਦਾ ਤੇ ਉਸ ਨੁਕਸਾਨ ਦੇ ਲਈ ਉਹਨੂੰ ਭਰਪਾਈ ਕਰਨੀ ਪਊਗੀ, ਉਹਨੂੰ ਜ਼ਿੰਮੇਵਾਰ। ਮਤਲਬ ਰਮਨ ਮੈਨੂੰ ਇੱਥੇ ਹੈਰਾਨੀ ਆਉਂਦੀ ਹੈ ਕਿ ਖੱਟਰ ਸਰਕਾਰ ਕਹਿਣੀ ਤੇ ਕਥਨੀ ਦੇ ਕਰਨ ਦੇ ਵਿੱਚ ਕਿੰਨਾ ਫਰਕ ਮਤਲਬ ਲੱਗ ਰਿਹਾ ਇਸ ਗੱਲ ਤੋਂ। ਸਰਕਾਰ ਖੱਟਰ ਸਰਕਾਰ ਕਿਉਂ, ਸਾਰੀਆਂ ਸਰਕਾਰਾਂ ਇਦਾਂ ਹੀ ਹੁੰਦੀਆਂ, ਕਹਿਣੀ ਤੇ ਕਰਨੀ ਚਾਹੀਦੀ, ਜਿਹਦੇ ਫਰਕ ਨਹੀਂ ਉਹ ਸਰਕਾਰ ਹੀ ਕਦੀ ਹੋਈ। ਉਹ ਸਰਕਾਰੀ ਕਦੀ ਪਰ ਨਹੀਂ, ਖਾਸ ਤੌਰ ਤੇ ਮੈਂ ਖੱਟਰ ਸਰਕਾਰ ਦੇ ਇਸ ਕਰਕੇ ਕਹਿਣਾ ਹੈ ਕਿ ਮੈਨੂੰ ਯਾਦ ਆਉਂਦਾ ਹੈ ਵੀ ਜਦੋਂ ਕਿਸਾਨ ਸਾਡੇ ਦਿੱਲੀ ਬੰਨੀ ਨੂੰ ਜਾ ਰਹੇ ਸੀ, ਆਗਾਜ਼ ਕਰ ਰਹੇ ਸੀਗੇ, ਜਿਵੇਂ ਸ਼ੰਭੂ ਬਾਰਡਰ ਤੋਂ ਅਸੀਂ ਗੱਲ ਕਰ ਲਈਏ, ਤੇ ਉਸ ਤੋਂ ਬਾਅਦ ਫਿਰ ਖੱਟਰ ਸਰਕਾਰ ਨੇ ਜਿਹੜੀ ਸੰਪत्ति ਦੀ ਉਹ ਰਾਖੀ ਕੀਤੀ ਵੀ ਇਹੋ ਜਿਹੀ ਰਾਖੀ ਤਾਂ ਕਰ ਨਹੀਂ ਸਕਦੀ। ਅੱਜ ਉਹੀ ਸਰਕਾਰ ਨੈਸ਼ਨਲ ਰੋਡਸ ਦੇ ਉੱਤੇ ਵੱਡੇ ਟੋਏ ਖੱਡੇ ਪੱਟਣੇ ਤੇ ਹੁਣ ਵੀ ਸਿੱਧੂ ਸਾਹਿਬ ਦਿੱਲੀ ਦੇ ਵਿੱਚ ਨਾ ਤੁਹਾਨੂੰ ਯਾਦ ਹੋਊਗਾ ਮੈਂ ਦਿਖਾਇਆ ਵੀ ਸੀਗਾ ਉੱਥੇ ਰਿਪੋਰਟਿੰਗ ਕਰਕੇ ਟਿਕਰੀ ਬਾਰਡਰ ਦੇ ਉੱਤੋਂ, ਮਤਲਬ ਸੀਮੈਂਟ ਦੀਆਂ ਪੱਕੀਆਂ ਕੰਧਾਂ, ਫਿਰ ਸਿੰਗੂ ਤੇ ਕੁੰਡਲੀ ਬਾਰਡਰ ਦੇ ਵਿਚਾਲੇ ਰੋਡ ਪੱਟ ਕੇ ਜੀਸੀਬੀ ਦੇ ਨਾਲ ਤੇ ਉਹਦੇ ਵਿੱਚ ਮਿੱਟੀ ਦੇ ਭਰ ਕੇ ਉਹ ਜਿਹੜੇ ਵੱਡੇ ਬਾਕਸ ਜਿਹੇ ਲੋਹੇ ਦੇ ਹੁੰਦੇ ਆ ਨਾ ਉਹ ਰੱਖੇ ਹੋਏ ਆ। ਕਿਆ ਖੂਬਸੂਰਤ ਤਰੀਕੇ ਨਾਲ ਰਾਖੀ ਹੋ ਰਹੀ ਆ ਕਿਉਂਕਿ ਅੱਤਵਾਦੀ ਬੈਠੇ ਹੋਏ ਨਾ ਦਿੱਲੀ ਦੇ ਬਾਰਡਰਾਂ ਦੇ ਉੱਤੇ। ਅੱਤਵਾਦੀ ਆ ਖੜਕੂ ਹੁਣ ਬਿੱਲ ਪਾਸ ਕਰਤਾ, ਸਫਾਈ ਵੀ ਦੇਤੀ। ਉਹ ਕਹਿੰਦੇ ਵੀ ਕਿਸਾਨੀ ਅੰਦੋਲਨ ਦੇ ਨਾਲ ਇਹਦਾ ਲੈਣਾ ਦੇਣਾ ਕੁਝ ਨਹੀਂ। ਹੁਣ ਸਫਾਈ ਜਿੰਨੀ ਮਰਜ਼ੀ ਦੇ ਜਾਣ ਪਰ ਇੱਥੇ ਗੱਲ ਆਉਂਦੀ ਆ ਕਿ ਜਿੱਥੇ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ
ਇਹ ਪੁੱਛਿਆ ਗਿਆ ਔਰ ਸਫਾਈਆਂ ਵੀ ਉਹਨਾਂ ਨੇ ਦਿੱਤੀਆਂ, ਪਰ ਕਹਿ ਸਕਦੇ ਆ ਕਿ ਜਿਹੜੀ ਤੁਸੀਂ ਸੰਪत्ति ਦਾ ਨੁਕਸਾਨ ਕੀਤਾ ਸੀ ਉਹਦੀ ਭਰਪਾਈ ਖੱਟਰ ਸਾਹਿਬ ਕੌਣ ਕਰੂਗਾ? ਗੱਲ ਤਾਂ ਇੱਥੇ ਨਿਬੜਦੀ ਆ, ਕਹਿਣਾ ਸੌਖਾ ਆ ਪਰ ਆਪਦੇ ਉੱਤੇ ਵੀ ਆਉਂਦੀ ਹੈ ਗੱਲ, ਤੇ ਤੁਸੀਂ ਆਪਦੇ ਪਹਿਲਾਂ ਹੀ ਮਤਲਬ ਜਿਹੜਾ ਹੈ ਉਹਨਾਂ ਨੇ ਬਚਾਉਣ ਦੇ। ਅਨਿਲ ਵਿਜ ਸਾਹਿਬ ਨੂੰ ਸ਼ਾਇਦ ਲੱਗਿਆ ਹੋਣਾ ਵੀ ਕਿਸਾਨਾਂ ਨੇ ਪਹਿਲਾਂ ਕਹਿਣਾ ਵੀ ਆ ਸਾਡੇ ਕੋਲ ਤਾਂ ਸਬੂਤ ਪਏ ਆ, ਚੋਰ ਨੂੰ ਪਾਲਾ ਮਾਰਦੇ ਪੰਜਾਬ ਦੇ ਮੀਡੀਆ ਕੋਲੇ ਤਾਂ ਸਾਰਾ ਕੁਝ ਹੀ ਪਿਆ ਵੀ ਭਾਈ ਆ ਜਿਹੜਾ ਤੁਸੀਂ ਨੁਕਸਾਨ ਕੀਤਾ ਇਹਦਾ, ਉਹਨਾਂ ਨੇ ਪਹਿਲੇ ਸਫਾਈ ਦੇਤੀ ਵੀ ਇਹੀ ਮੰਗਣਗੇ, ਬਿਲਕੁਲ ਪਹਿਲਾਂ ਇਹ ਜਵਾਬਦੇਹੀ ਕਰਨਗੇ ਵੀ ਇਹਨਾਂ ਨਾਲ ਸਾਡੇ ਲੈਣ ਦੇਣਾ ਹੀ। ਉਹ ਕਹਿੰਦੇ ਹਾਂ ਗੱਲ ਤਾਂ ਵੀ ਅੱਗਾ ਪਹਿਲਾਂ ਹੀ ਵੜ ਲਿਆ, ਤੂੰ ਅੱਗਾ ਵੜ ਕੇ ਉਹਨੂੰ ਨਿਬੇੜਿਆ। ਇਹ ਹੜਤਾਲਾਂ ਦਾ ਮੌਸਮ ਚੱਲ ਰਿਹਾ, ਸਿੱਧੂ ਸਾਹਿਬ ਧਰਨੇ ਹਨਾ, 2 ਦੇ ਨਾਲ 4 ਫ੍ਰੀ ਧਰਨੇ ਤੇ ਉਹਦੇ ਵਿੱਚ ਬੈਂਕਾਂ ਵਾਲਿਆਂ ਨੇ ਧਰਨਾ ਲਾਇਆ ਸੀ, ਕਹਿੰਦੇ ਮੋਰਚਾ ਲਾਇਆ ਸੀ ਨਾ, ਚਲੋ ਨੈਸ਼ਨਲ ਮੀਡੀਆ ਨੇ ਟੋਟਲੀ ਅਵੋਇਡ ਮਾਰਿਆ। ਉਹ ਕਹਿੰਦੇ ਦੇਸ਼ 'ਚ ਸਾਰਾ ਕੁਝ ਚੰਗਾ ਬੁਰਾ ਕੁਝ ਹੋ ਹੀ ਨਹੀਂ ਰਿਹਾ, ਜੇ ਕੁਝ ਦਿਖਾ ਨਹੀਂ ਰਹੇ ਤਾਂ ਮਤਲਬ ਕੁਝ ਨਹੀਂ ਹੋ ਰਿਹਾ। ਤੇ ਹੁਣ ਕਹਿੰਦੇ LIC ਵਾਲੇ ਵੀ ਧਰਨੇ ਤੇ ਬਹਿ ਕੇ ਕੀ ਹੋ ਗਿਆ ਇਹਨਾਂ ਨੂੰ? ਧਰਨੇ ਤੇ ਬੈਠੇ, ਪਹਿਲਾਂ ਮੈਂ ਬੈਂਕ ਦੇ ਧਰਨੇ ਦੀ ਗੱਲ ਕਰ ਰਿਹਾ। ਮੇਰੀ ਕੱਲ ਹੀ ਇੱਕ ਬੈਂਕ ਮੈਨੇਜਰ ਸਾਹਿਬ ਨਾਲ ਗੱਲ ਹੋਈ ਆ, ਉਹਨਾਂ ਮੈਂ ਪੁੱਛਿਆ ਕਿਉਂਕਿ ਮਹਾਰਾਸ਼ਟਰ ਬੈਂਕ ਦੇ ਸੀ, ਅੰਮ੍ਰਿਤਸਰ ਦੇ ਮੈਨੇਜਰ, ਉਹਨਾਂ ਨਾਲ ਗੱਲ ਹੋਈ ਤਾਂ ਮੈਨੂੰ ਕਹਿੰਦੇ ਵੀ ਮੈਂ ਕਿਹਾ ਜੀ ਬਣਿਆ ਕੀ ਹੈ ਬੈਂਕਾਂ ਦੇ ਬਾਰੇ? ਉਹ ਕਹਿੰਦੇ ਹਜੇ ਕੁਛ ਨਹੀਂ, 2 ਦਿਨ ਦੀ ਹੜਤਾਲ ਕਰਾ ਕੇ ਕੋਸ਼ਿਸ਼ ਤਾਂ ਕੀਤੀ ਸੀ ਵਿਖਾਉਣ ਦੀ, ਪਰ ਹਜੇ ਉਹ ਢਾਕ ਦੇ 3 ਪੱਤੇ ਵਾਲੀ ਗੱਲ ਆ ਵੀ ਕੁਛ ਵੀ ਨਹੀਂ, ਮੀਡੀਆ ਨੇ ਅਵੋਇਡ ਕਰਤਾ, ਅਵੋਇਡ ਕਰ ਦਿੱਤਾ। ਤਾਂ ਹੁਣ ਇਹ ਆ ਵੀ ਉਸ ਤੋਂ ਬਾਅਦ ਹੁਣ ਇਹ ਉਹ ਹੜਤਾਲ ਹਜੇ ਖਤਮ ਨਹੀਂ ਹੋਈ, ਮਗਰ ਇਹ ਆ ਗਏ LIC ਵਾਲੇ। ਹੁਣ LIC ਰੌਲਾ ਪਾਈ ਬੈਠੀ ਇਸ ਗੱਲ ਦੀ ਆ ਵੀ ਸਾਡੇ ਵੀ ਅਦਾਰੇ ਦਾ ਇੱਕ ਨਿੱਜੀਕਰਨ ਕੀਤਾ ਜਾ ਰਿਹਾ ਤੇ ਵਿਦੇਸ਼ੀ ਜਿਹੜਾ ਪੈਸਾ ਆ ਉਹਦੀ ਆਮਦ ਲਿਆਂਦੀ ਜਾ ਰਹੀ ਹੈ, ਕਿਉਂਕਿ ਉਹ ਪੈਸਾ ਨਿਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹ ਇਸ ਤਰੀਕੇ ਨਾਲ ਜਦੋਂ ਨਿੱਜੀਕਰਨ ਦੀ ਗੱਲ ਆਈ ਤਾਂ ਉਹਦੇ ਵਿੱਚ ਗੱਲ ਇਹ ਕੀਤੀ, ਬੈਂਕ ਮੁਲਾਜ਼ਮਾਂ ਨੇ 1 ਦਿਨ ਹੜਤਾਲ ਕੀਤੀ ਆ, ਦੇਸ਼ ਵਿਦੇਸ਼ ਦਾ ਜਿਹੜਾ ਪੈਸਾ ਹੈ ਉਹ ਕਿਸ ਤਰੀਕੇ ਨਿਵੇਸ਼ ਹੋਊਗਾ। ਖਬਰ ਇਹ ਆਈ ਹੈ ਕਿ ਪਹਿਲਾਂ ਨਿਵੇਸ਼ ਤੇ ਹੱਦ ਵਿਦੇਸ਼ੀ ਦੀ ਜਿਹੜੀ LIC ਦੇ ਵਿੱਚ ਸੀ ਉਹ 49% ਸੀ, 49 ਤੋਂ ਹੁਣ ਇਹ 74% ਦੇ ਕਰੀਬ ਕਰ ਦਿੱਤੀ ਗਿਆ ਤੇ 74% ਤੋਂ ਬਾਅਦ ਹੁਣ ਗੱਲ ਇਸ ਤੇ ਰੌਲਾ ਜਦੋਂ ਪਿਆ ਤਾਂ ਵਿਰੋਧੀਆਂ ਨੇ ਘੇਰਿਆ, ਵਿਰੋਧੀ ਧਿਰਾਂ ਨੇ ਘੇਰਿਆ। ਉਹਨਾਂ ਦਾ ਕਹਿਣਾ ਸੀ ਵੀ ਤੁਸੀਂ ਕਰ ਕੀ ਰਹੇ ਹੋ, ਤੇ ਵਿਰੋਧੀ ਧਿਰਾਂ ਤੋਂ ਬਾਅਦ ਆਪਣੀ ਬੀਬੀ ਨਿਰਮਲਾ ਸੀਤਾਰਮਨ ਜੀ ਜਿਹੜੇ ਆਪਣੇ ਮਾਣਯੋਗ ਖਜ਼ਾਨਾ ਮੰਤਰੀ ਸਾਹਿਬਾ, ਉਹਨਾਂ ਦਾ ਅੱਗੋਂ ਕੀ ਪ੍ਰਤੀਕਰਮ ਆਇਆ? ਕਹਿੰਦੀ ਨਹੀਂ ਨਿੱਜੀਕਰਨ ਦਾ ਰੌਲਾ ਨਹੀਂ ਇਹ ਹੈਗਾ, ਇਹ ਤਾਂ ਤੁਸੀਂ ਐਵੇਂ ਕਹੀ ਜਾਂਦੇ ਹੋ, ਜਿਹੜਾ ਇਹ 73% ਦੀ ਕਰਨ ਦਾ ਇਸ ਖੇਤਰ ਦੀਆਂ ਕੰਪਨੀਆਂ ਵਿੱਚ ਵੱਧਦੀ ਪੂੰਜੀ ਨਾਲ ਇਹਨਾਂ ਨੂੰ ਸਪੋਰਟ ਕਰ ਰਹੇ ਆ। ਓਏ ਹੋਏ ਹੁਣ ਤੁਸੀਂ ਇਹ ਵੇਖੋ ਵੀ ਘੁੰਮ ਫਰਾ ਕੇ ਜਿਹੜੀ ਗੱਲ ਆ ਉਹ ਨਿੱਜੀਕਰਨ ਵਾਲੇ ਪਾਸੇ ਹੀ ਜਾ ਰਹੀ ਹੈ, ਚਾਹੇ ਸਪੋਰਟ ਦੇ ਨਾਂ ਤੇ ਲੈ ਲਓ, ਚਾਹੇ ਅੰਬਾਨੀ ਅਡਾਨੇ ਦੇ ਕਿਤੇ ਓਲੇ ਸੋਲੇ ਦੇ ਵਿੱਚ ਕਰਨ ਦੀ ਗੱਲ ਸੀਤਾਰਮਨ ਜੀ ਹੋਣ ਚਾਹੇ ਮੋਦੀ ਸਾਹਿਬ, ਉਹ ਗੱਲ ਹੈ ਨਾ ਵੀ ਤੁਸੀਂ ਇਹਨਾਂ ਦੀ ਇਮਾਨਦਾਰੀ ਦੇਖੋ, ਸਿੱਧੂ ਸਾਹਿਬ ਇਹਨਾਂ ਦੀ ਇਮਾਨਦਾਰੀ ਦੇਖੋ, ਸਿਦਕ ਦਿਲੀ ਦੇਖੋ ਵੀ ਇਹ ਇਸ ਚੀਜ਼ ਤੇ ਅੜੇ ਕਿੰਨੇ ਤਨਦੇਹੀ ਨਾਲ, ਜਦੋਂ ਕਿ ਪੂਰੇ ਦਾ ਪੂਰਾ ਮਾਹੌਲ ਇਹਨਾਂ ਦੇ ਅਗੇਂਸਟ ਹੋ ਰਿਹਾ, ਲੋਕ ਇਹਨਾਂ ਦੇ ਅਗੇਂਸਟ ਹੋ ਰਹੇ ਆ, ਇਹ ਜਿਹੜੀ ਜਨਤਾ ਦੇ ਉੱਤੇ ਰਾਜ ਕਰ ਰਹੇ ਆ, ਉਹ ਰਾਜ ਮਤਲਬ ਕਹਿ ਲਓ ਇਹਨਾਂ ਦੀ ਕੁਰਸੀ ਨੂੰ ਨਾ ਹੱਥ ਪਾਈ ਬੈਠੀ ਆ ਵੀ ਹੁਣੇ ਹੀ ਡਿੱਗੇ ਕਿ ਹੁਣੇ ਡਿੱਗੇ। ਫਿਰ ਵੀ ਇਮਾਨਦਾਰੀ ਦੇਖੋ ਇਹਨਾਂ ਦੀ ਕੁਝ ਖਾਸ ਲੋਕਾਂ ਦੇ ਪ੍ਰਤੀ, ਕਿ ਇਦਾਂ ਦੇ ਬਿਆਨ ਦੇਣੇ ਨਹੀਂ ਬੰਦ ਕਰ ਰਹੇ ਬਿਲਕੁਲ ਕਿ ਅਸੀਂ ਉਹਨਾਂ ਨੇ ਵੀ ਕਿਹਾ ਸੀ ਨਾ, ਮੋਦੀ ਸਾਹਿਬ ਨੇ ਵੀ ਭਾਈ ਜਿਹੜੇ ਕਾਰਪੋਰੇਟ ਘਰਾਣਿਆਂ ਦਾ ਤੁਸੀਂ ਜ਼ਿਕਰ ਕਰ ਰਹੇ ਆ, ਇਹੀ ਤਾਂ ਜਿਹੜਾ ਸਪੋਰਟ ਕਰਦੇ ਆ, ਇਹੀ ਤਾਂ ਸਾਥ ਦਿੰਦੇ ਆ ਭਾਰਤ ਦੀ ਆਰਥਿਕਤਾ ਨੂੰ ਉੱਪਰ ਲੈ ਕੇ ਆਉਣ ਲਈ, ਤੇ ਜਿਹੜੇ ਬਿਲਕੁਲ ਹੀ ਜ਼ਮੀਨੀ ਪੱਧਰ ਦੇ ਉੱਤੇ ਦਿਨ ਰਾਤ ਸੱਪਾਂ ਦੀਆਂ ਸਿੜੀਆਂ ਮਹਿੰਦੇ ਫਿਰਦੇ ਆ ਤੇ ਅਨਾਜ ਤੁਹਾਨੂੰ ਹਰੀ ਕ੍ਰਾਂਤੀ ਦੇ ਵਿੱਚ ਸਭ ਤੋਂ ਮੂਹਰੇ ਲਿਆ ਖੜਾ ਕੀਤਾ, ਉਹਨਾਂ ਦਾ ਕੋਈ ਸਮਰਥਨ ਨਹੀਂ ਹੁੰਦਾ, ਦੇਸ਼ ਨੂੰ ਅੱਗੇ ਲੈ ਕੇ ਜਾਣ 'ਚ ਕੋਈ ਯੋਗਦਾਨ ਨਹੀਂ ਗਾ। ਤਾਂ ਐਵੇਂ ਹੀ ਆ, ਮੈਂ ਨਾਮ ਲੱਕ ਬਦੇਤਾ ਵੀ ਤੁਸੀਂ ਅੰਨਦਾਤੇ ਹੋ, ਅੰਨਦਾਤੇ ਕਾਹਦੇ ਬਸ ਲਿਖਤੀ ਲੱਗਦਾ ਹੈ। ਹੁਣ ਜੇ ਵਸ ਚੱਲਿਆ ਤੇ ਮੋਦੀ ਸਾਹਿਬ ਨੇ ਜੈ ਜਵਾਨ ਤੇ ਜੈ ਕਿਸਾਨ ਵਾਲਾ ਨਾਰਾ ਵੀ ਬਦਲ ਦੇਣਾ, ਉਹਦੀ ਜਗ੍ਹਾ ਵੀ ਕੋਈ ਜੈ ਮੋਦੀ ਜੈ ਕੁਝ ਆਊਗਾ, ਲੱਗਦਾ ਇਦਾਂ ਹੀ ਮੈਨੂੰ ਲੱਗਦਾ ਇਦਾਂ ਬਦਲ ਜਾਊਗਾ ਸਾਰਾ ਕੁਝ। ਤੇ ਲਾਸਟ ਖਬਰ ਲੈ ਲਈਏ, ਕਿਉਂਕਿ ਫਿਰ ਮੈਂ ਉਹੀ ਗੱਲ ਕਰਦੀ ਹਾਂ, ਧਰਨਿਆਂ ਦਾ ਮੌਸਮ ਤੇ ਮੋਰਚਿਆਂ ਦਾ ਮੌਸਮ, ਤੇ ਸਰਕਾਰਾਂ ਸੁੱਖ ਨਾਲ ਚੁਣ ਇਹੋ ਜਿਹੀਆਂ ਲਈਆਂ ਜਿਹੜੀਆਂ ਤੁਹਾਨੂੰ ਰੱਖਦੀਆਂ ਹੀ, ਉਹ ਕਹਿੰਦੀਆਂ ਵੀ ਘਰੇ ਬਹਿਣ ਦੀ ਲੋੜ ਨਹੀਂ, ਖੁੱਲੇ 'ਚ ਬੈਠੋ, ਨਾਲ ਤਾਂ ਕਰੋਨਾ ਤੋਂ ਦੂਰ ਰਹੋਗੇ ਤੁਸੀਂ, ਤੇ ਨਾਲੇ ਤੁਸੀਂ ਕਹਿੰਦੇ ਹੁੰਦੇ ਆ ਵੀ ਮੌਸਮ ਦੀ ਜਿਹੜੀ ਮਾਰ ਆ ਉਹਦੇ ਤੋਂ ਬਚੇ ਰਹੋਗੇ। ਤੇ ਅੱਜ FIC ਦੇ ਜਿਹੜੇ ਖਰੀਦ ਨਿਯਮ ਆ, ਜਿਹੜੇ ਇਹਨਾਂ ਧਾਂਦਲੀਆਂ ਦੇ ਵਿੱਚ ਫਿਰ ਉਹਨਾਂ ਨੇ ਲਾਗੂ ਕਰ ਦਿੱਤੇ, ਉਹਦੇ ਖਿਲਾਫ ਅੱਜ ਮੰਡੀਆਂ ਦੇ ਵਿੱਚ ਕਿਸਾਨ ਜਿਹੜੇ ਆ ਛੋਟੇ ਵੱਡੇ ਪੱਧਰ ਦੇ ਉੱਤੇ ਮੋਰਚੇ ਲਾਉਣਗੇ। ਸਿੱਧਾ ਕੀ ਕਹੋਗੇ? ਜੀ FCI ਵੱਲੋਂ ਜਿਹੜਾ ਧਰਨਾ ਇਹ ਦਿੱਤਾ ਜਾ ਰਿਹਾ, ਉਹਦੇ ਵਿੱਚ ਇਹਦੇ ਖਿਲਾਫ ਜੋ ਦਿੱਤਾ ਜਾ ਰਿਹਾ ਉਹਦੇ 'ਚ ਕਿ ਜਿਹੜੀ ਖਰੀਦ ਨਿਯਮ ਬਣਾਏ ਸੀ, ਦੇਖੋ ਖਰੀਦ ਨਿਯਮ ਇਹ ਬਣਾਏ ਸੀਗੇ ਕਿ ਗੱਲ ਉੱਪਰ ਕੀ ਆਈ ਸੀ ਵੀ ਅਸੀਂ ਜਿਹੜੀ ਨਵੀਂ ਵਾਲੀ ਗੱਲ ਸੀਗੀ, ਪਹਿਲਾਂ 14% ਸੀ, ਹੁਣ ਇਹਨਾਂ ਨੇ 12% ਕਰਤੀ, ਘਟਾਤੀ ਵੀ ਇੰਨੀ ਨਵੀਂ ਵਾਲੀ ਜਿਹੜੀ ਆ, ਪਹਿਲਾਂ 14 ਵਾਲੀ ਵੀ ਮਨਜ਼ੂਰ ਕਰਦੇ ਸੀ, ਹੁਣ 12 ਵਾਲੀ ਵੀ ਤੇ ਆ ਗਈ ਵੀ ਹੁਣ 12 ਵਾਲੀ ਮਨਜ਼ੂਰ ਹੋਊਗੀ, 14 ਵਾਲੀ ਮਨਜ਼ੂਰ ਨਹੀਂ ਹੋਊਗੀ। ਕਿਸਾਨ ਦਾ ਇਹ ਸੀਗਾ ਕਿ ਮੌਸਮਾਂ ਦੀ ਤਬਦੀਲੀ ਵਿੱਚ ਰਮਣ ਜਦੋਂ ਅਸੀਂ ਆਪਣੀ ਜਿਣਸ ਮੰਡੀਆਂ 'ਚ ਸਿੱਟਦੇ ਹਾਂ, ਜਾਂਦਾ ਜਿਹੜਾ ਮੌਸਮ ਹੁੰਦਾ ਨਾ ਉਹ ਨਮੀ ਜ਼ਰੂਰ ਦਿੰਦਾ ਹੈਗਾ, ਔਰ ਸਾਰੀ ਕਣਕ ਜਿਹੜੀ ਆ ਕਿਤੇ ਦਾਣਾ ਵੀ ਮਰਦਾ, ਕਿਤੇ ਝਾੜ ਵੀ ਘੱਟ ਹੁੰਦਾ, ਕਿਤੇ ਇਦਾਂ ਦੇ ਮਸਲੇ ਆਉਂਦੇ, ਪਰ ਇਸ ਦੇ ਬਾਵਜੂਦ ਜਿਹੜਾ ਇੱਕ ਤਾਂ ਇਹ ਨਿਯਮ ਕੀਤਾ ਗਿਆ। ਦੂਸਰੇ ਮਾਮਲੇ 'ਚ ਹੁਣ ਮੈਂ ਇੱਥੇ ਗੱਲ ਕਰੂੰਗਾ ਕਿਸਾਨ ਦੇ ਉਸ ਮੁੱਦੇ ਦੇ ਉੱਤੇ, ਜਦੋਂ ਉਹਨਾਂ ਨੇ ਮੰਗ ਇਹ ਵੀ ਕੀਤੀ ਸੀ ਨਾਲ FCI ਦਾ ਕਿ
ਕਿਸਾਨ ਆਪਣਾ ਜਿਹੜਾ ਡਾਟਾ ਆ ਆਪਦੀ ਜ਼ਮੀਨ ਦਾ, ਠੀਕ ਹੈ, ਆਪਣੇ ਬੈਂਕਾਂ ਦਾ ਜਿਹੜਾ ਅਕਾਊਂਟ ਦਾ, ਉਹ ਸਾਰੇ ਵੇਰਵੇ ਜਿਹੜੇ ਆ ਉਹ ਸਰਕਾਰ ਨੂੰ ਸੌਂਪੇ ਔਰ ਉਹ ਸੌਂਪਣ ਤੋਂ ਬਾਅਦ ਫਿਰ ਅਗਲੀ ਜਿਹੜੀ ਗੱਲਬਾਤ ਹੈਗੀ ਆ ਉਹ ਖਰੀਦ ਦੇ ਵਿੱਚ ਵੀ ਨਾਲ ਜੁੜੂਗੀ। ਪਰ ਨਾਲ ਹੁਣ ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਿਆ, ਕਿਸਾਨ ਵਿਰੋਧ ਕਰ ਰਹੇ ਇਸ ਮਾਮਲੇ 'ਚ। ਕਿਸਾਨਾਂ ਦੇ ਵਿਰੋਧ ਦੇ ਬਾਰੇ ਮੈਂ ਇੱਕ ਗੱਲ ਦੱਸਣੀ ਚਾਹੂੰਗਾ ਰਮਨ ਕਿ ਸਾਡੇ ਮੁਲਕ ਦੇ ਵਿੱਚ ਸਾਰੇ ਹੀ ਕਿਸਾਨ ਜ਼ਮੀਨਾਂ ਵਾਲੇ ਨਹੀਂ ਹੈ। ਬਹੁਤ ਸਾਰੇ ਲੋਕ ਇਦਾਂ ਦੇ ਆ, ਸਾਡੇ ਬਹੁਤ ਸਾਰੇ ਕਿਸਾਨ ਇਹੋ ਜਿਹੇ ਆ ਜਿਹੜੇ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਦੇ, ਉਹ ਆਪਦਾ ਰਿਕਾਰਡ ਕਿੱਥੋਂ ਦੇਣ? ਔਰ ਬਹੁਤ ਸਾਰੇ ਕਿਸਾਨ ਇਹੋ ਜਿਹੇ ਵੀ ਆ ਜਿਨ੍ਹਾਂ ਕੋਲ ਜ਼ਮੀਨ ਹੈਗੀ ਪਰ ਉਹ ਰਹਿੰਦੇ ਵਿਦੇਸ਼ 'ਚ, ਉਹ ਰਿਕਾਰਡ ਕਿੱਥੋਂ ਦੇਣ? ਫਿਰ ਰਿਕਾਰਡ ਕਾਦੇ ਵਾਸਤੇ ਦੇਣ? ਕਿਉਂ ਅਸੀਂ ਦਿਖਾਈਏ? ਕਾਦੇ ਵਾਸਤੇ ਦਿਖਾਈਏ? ਇਹ ਤਾਂ ਕੋਈ ਪਹਿਲਾਂ ਕਿਸੇ ਕਾਨੂੰਨ 'ਚ ਲਿਖਿਆ ਹੀ ਨਹੀਂ ਹੋਇਆ। ਤੇ ਜਿਹੜੇ ਨਵੇਂ ਐਲਾਨ ਆ ਆਖਰ ਫਿਰ ਉਹਦਾ ਵਿਰੋਧ ਨਾ ਕਰਨ ਤੇ ਫਿਰ ਕੀ ਕਰਨ? ਇਸ ਲਈ ਹੀ ਜਿਹੜਾ ਵਿਰੋਧ ਆ ਕੀਤਾ ਜਾ ਰਿਹਾ। ਤੋਂ ਅੱਜ ਜੋ ਇਹ ਖਬਰ ਆਈ ਹੈ ਕਿ FCI ਦੀਆਂ ਇਹਨਾਂ ਜਿਹੜੀਆਂ ਸ਼ਰਤਾਂ ਥੋਪੀਆਂ ਜਾ ਰਹੀਆਂ ਉਹਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ ਅੱਜ ਧਰਨੇ ਦਿੱਤੇ ਜਾ ਰਹੇ ਔਰ 32 ਜਥੇਬੰਦੀਆਂ ਨੇ ਸਿੰਘੂ ਬਾਰਡਰ ਦੇ ਉੱਤੇ ਇਸ ਦੇ ਬਾਰੇ ਐਲਾਨ ਕੀਤਾ ਸੀਗਾ ਕਿ ਅਸੀਂ ਜਿਹੜਾ ਰਾਜਾਂ ਦੇ ਕਿਸਾਨਾਂ ਨੂੰ ਰਿਕਾਰਡ ਜਮ੍ਹਾਂ ਕਰਨ ਦੀ ਗੱਲ ਕੀਤੀ ਆ ਤਾਂ ਇਸ ਦੇ ਖਿਲਾਫ ਜਿਹੜਾ ਹੈਗਾ ਅਸੀਂ ਪ੍ਰੋਟੈਸਟ ਕਰਾਂਗੇ। ਸੋ ਅੱਜ ਦਾ ਦਿਨ ਜਿਹੜਾ ਹੈਗਾ ਉਹ ਕਿਸਾਨਾਂ ਦਾ, ਮੁਜ਼ਾਹਰਾਕਾਰੀਆਂ ਦਾ ਇਸ ਮਾਮਲੇ ਦੇ ਵਿੱਚ ਹੀ ਵਿਰੋਧ ਰਹੂਗਾ ਕਿ FCI ਦੇ ਜਿਹੜੇ ਆਪਣੇ ਨਿਯਮ ਜਿਹੜੇ ਆ ਉਹਨੂੰ ਵਾਪਸ ਲਵੇ। ਜਾਂਦੇ ਅਸੀਂ ਇਹੀ ਦੁਆ ਜਿਹੜੀ ਆ ਕਰ ਦਿੰਦੇ ਹਾਂ ਸਿੱਧੂ ਸਾਹਿਬ ਕਿ ਇਹ ਜਿਹੜਾ ਧਰਨਿਆਂ ਦਾ, ਮੋਰਚਿਆਂ ਦਾ ਜਾਂ ਹੜਤਾਲਾਂ ਦਾ ਮੌਸਮ ਚੱਲ ਰਿਹਾ ਹੈਗਾ, ਮੌਸਮ ਹੀ ਕਵਾਂਗੇ ਕਿਉਂਕਿ ਉਹ ਰੁੱਤ ਆ ਜਿਹੜੀ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜਾਣ ਦਾ ਨਾਮ ਹੀ ਨਹੀਂ ਲੈ ਰਹੀ। ਤੇ ਸਾਰੇ ਦਾ ਸਾਰਾ ਜਿਹੜਾ ਇਹਦਾ ਕ੍ਰੈਡਿਟ ਅਸੀਂ ਮਾਣਯੋਗ ਸਰਕਾਰਾਂ ਨੂੰ ਦਿੰਦੇ ਹਾਂ, ਚਾਹੇ ਉਹ ਕੇਂਦਰ ਦੀਆਂ ਹੋਣ ਚਾਹੇ ਰਾਜਾਂ ਦੀਆਂ ਹੋਣ, ਕਿ ਉਹਨਾਂ ਨੇ ਜਿਹੜੇ ਹਾਲਾਤ ਇਹ ਖੜੇ ਕਰ ਦਿੱਤੇ ਆ। ਪਰ ਇਹਦੇ ਵਿੱਚ ਇੱਕ ਬਹੁਤ ਜਿਹੜੀ ਖੂਬਸੂਰਤ ਤੇ ਪੋਜ਼ਿਟਿਵ ਗੱਲ ਜੇ ਅਸੀਂ ਦੇਖੀਏ ਤੇ ਉਹ ਇਹ ਆ ਕਿ ਲੋਕ ਵਿਰੋਧ ਵਿਅਕਤ ਕਰਦੇ ਸੀ ਤੇ ਦੱਬੇ ਕੁਚਲ ਦਿੱਤੇ ਜਾਂਦੇ ਸੀ। ਪਰ ਇਹ ਹੁਣ ਇੱਕ ਇਹੋ ਜਿਹਾ ਮੌਸਮ ਆਇਆ ਜਦੋਂ ਆਦਾ ਵਿਰੋਧ ਵਿਅਕਤ ਕਰ ਰਹੇ ਆ ਤੇ ਲਗਾਤਾਰ ਕਰ ਰਹੇ ਆ ਤੇ ਮੁੱਦਾ ਇਹ ਰੱਖਿਆ ਹੋਇਆ, ਟੀਚਾ ਇਹ ਰੱਖਿਆ ਹੋਇਆ ਕਿ ਜਦ ਤੱਕ ਸਾਡੀ ਗੱਲ ਨਹੀਂ ਸੁਣ ਲਈ ਜਾਂਦੀ, ਜਦ ਤੱਕ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ, ਅਸੀਂ ਉਦੋਂ ਤੱਕ ਨਾ ਘਰਾਂ ਨੂੰ ਮੁੜੀਏ ਤੇ ਨਾ ਆਪਣੀ ਗੱਲ ਕਹਿਣੀ ਬੰਦ ਕਰੀਏ। ਇਹ ਇੱਕ ਸ਼ੁਭ ਸੰਕੇਤ ਆ। ਆਜ਼ਾਦੀ ਤੋਂ ਬਾਅਦ ਲੰਬੇ ਸਮੇਂ ਬਾਅਦ ਭਾਵੇਂ ਆਇਆ, ਜੇ ਸ਼ੁਰੂ ਤੋਂ ਅਸੀਂ ਜਵਾਬ ਤਲਬੀ ਕਰਦੇ ਤੇ ਸ਼ਾਇਦ ਇਹ ਹਾਲਾਤ ਨਾ ਬਣਦੇ। ਔਰ ਮੈਂ ਕਿਸਾਨਾਂ ਦੇ ਮਾਮਲੇ ਵਿੱਚ ਇੱਕ ਸ਼ੇਰ ਮੋਦੀ ਸਾਹਿਬ ਨੂੰ ਮੁਖਾਤਬ ਕਰਦੇ ਪਰ ਜੀ ਕਰਦੇ ਮੈਂ ਸ਼ੇਰ ਬਦਲ ਕੇ ਕਹਾਂ ਕਿ ਉਹ ਕਹਿੰਦੇ ਜੀ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹੈ। ਕਿਸਾਨੀ ਦੇ ਬਾਰੇ ਚ ਸਾਰੇ ਜਾਣਦੇ, ਪੂਰੀ ਦੁਨੀਆ ਜਾਣਨ ਲੱਗੀ ਤੇ ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਣੇ ਹੈ। ਜਾਨੋ ਨਾ ਜਾਨੋ ਮੋਦੀ ਸਾਹਿਬ, ਆਪ ਹੀ ਨਾ ਜਾਨੋ ਜਗ ਤੋਂ ਸਾਰਾ ਜਾਣੇ। ਕੀ ਬਾਤ ਹੈ। ਸੋ ਇਸ ਖੂਬਸੂਰਤ ਸ਼ੇਰ ਦੇ ਨਾਲ ਹੁਣ ਲੈਂਦੇ ਆ ਇਜਾਜ਼ਤ। ਕੱਲ ਫਿਰ ਮਿਲਦੇ ਆ। ਸਤਿ ਸ਼੍ਰੀ ਅਕਾਲ।